सतनाम वाहिगुरु साहिब जी। दीन दर्द दुख पंजना कट कट नाथ अनाथ। शरण तुम्हारी आयो नानक के प्रभ साथ। ठाकुर तुम शरणाई आया उतर गयो मेरे मन का संसार। जब ते दर्शन पाया माया मोह मन आगलड़ा प्राणी। जरा मरण पौ विसर गया कुटुंब देख बिगसहे कमला द्यों। पर कर जो हे कपट नरा दूड़ायो हे जमहे तना। तिन आग लड़ै मैं रहन न जाए। कोई कोई साजन आए कहे मिल मेरे बिठुला। लै बाहड़ी वलाए मिल मेरे रामैया मैल हे छड़ाए। बेसुमार अथाह अगनत तोलै जिहो बुलावो त्यो नानक दास बोले। सतनाम वाहिगुरु साहिब जी। कबीर सब ते हम बुरे हम तज पल हो सब कोय। जिन ऐसा कर भुजया मीत हमारा सोय। कबीर आई मुझे पहे अनिक करहे कर भेस। हम राखे गुर आपने उन कीनो आदेश। कबीर सोई मारिए जेह मुँह सुख होए। पहलो पलो सबको कहे बुरो ना मन कोय। कबीर राती हो वह कारिया कहरे हुबे जंत। लै फाहे उठ ताहावते से जान मारे भगवंत। लै फाहे उठ ताहावते से जान मारे भगवंत। वाहिगुरु जी का खालसा वाहिगुरु जी की फतेह। धन धन सतगुरु गुरु गरीब निवाज पतित पावन भगत वत्सल किरपा निध दया निध करुणा निध गुण निध
ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਮਤ ਹੈ। ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਭ ਨੂੰ ਆਪਣੀ ਅਪਾਰ ਦਇਆ ਕਿਰਪਾ ਬਖਸ਼ਿਸ਼ ਤਰਸ ਕਰਕੇ ਇਸ ਮਨੁੱਖਾ ਜੀਵਨ ਦਾ ਦੁਰਲੱਭ ਅਵਸਰ ਬਖਸ਼ਿਸ਼ ਕੀਤਾ। ਗੁਰਬਾਣੀ ਕੇ ਵਾਕ ਅਨੁਸਾਰ ਪੂਰਬ ਕਰਮ ਅੰਕੁਰ ਜਬ ਪ੍ਰਗਟਿਓ, ਭੇਟਿਓ ਪੁਰਖ ਰਸਕ ਬੈਰਾਗੀ। ਰਾਜ ਲੀਲਾ ਤੇਰਾ ਨਾਮ ਬਣਾਈ, ਜੋਗ ਬੰਨਿਆ ਤੇਰਾ ਕੀਰਤਨ ਗਾਈ ਦੇ ਅਨੁਸਾਰ ਜੀਵਨ ਦੇ ਵਿੱਚ ਮਤ ਬੁੱਧ ਕਰਕੇ ਐਸੀ ਪ੍ਰੇਰਣਾ, ਐਸੀ ਉੱਤਮ ਖਿਆਲਾਤ ਦੀ ਬਖਸ਼ਿਸ਼ ਕੀਤੀ ਜੋ ਅਸੀਂ ਸਾਰੇ ਗੁਰੂ ਕਿਰਪਾ ਸਦਕਾ ਗੁਰੂਦੁਆਰ ਚੱਲ ਕੇ ਆਏ। ਸਤ ਸੰਗਤ ਰੂਪ ਵਿੱਚ ਜੁੜ ਬੈਠ ਕੇ ਗੁਰੂ ਕੀ ਬਖਸ਼ਿਸ਼ ਨੂੰ ਗੁਰੂ ਕੇ ਦਰਸ਼ਨ ਦੁਆਰਾ, ਗੁਰੂ ਕੀ ਬਾਣੀ ਕੇ ਸ਼ਰਵਣ ਦੁਆਰਾ ਅਤੇ ਗੁਰੂ ਕੀ ਬਾਣੀ ਦੇ ਵਿਚਾਰ ਦੁਆਰਾ ਮਾਨਣ ਦਾ, ਪ੍ਰਾਪਤ ਕਰਨ ਦਾ ਯਤਨ ਕਰ ਰਹੇ ਹਾਂ। ਬੜੇ ਸੁਭਾਗਸ਼ਾਲੀ ਹਾਂ। ਸਤਿਗੁਰੂ ਕੀ ਕਿਰਪਾ ਸਦਕਾ ਆਪ ਦੀ ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੁਆਰਾ ਸਤਿਗੁਰੂ ਕੀ ਬਖਸ਼ਿਸ਼ ਨੂੰ ਮਾਨਣ ਦਾ ਨਿਰਮਲ ਯਤਨ ਕਰ ਰਹੇ ਸੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਨਾਲ ਜੁੜਨ ਦਾ ਯਤਨ ਕਰੀਏ ਜੀ। ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ, ਜਿਨ੍ਹਾਂ ਦੀ ਪ੍ਰਥਾਏ ਬਾਣੀ ਦੇ ਵਿੱਚ ਵਾਕ ਆਉਂਦੇ ਹਨ, ਹਰ ਕੇ ਨਾਮ ਕਬੀਰ ਉਜਾਗਰ। ਐਸੇ ਭਗਤ ਸਾਹਿਬਾਨ ਤਿਨਾਂ ਦੇ ਪਾਵਨ ਉਚਾਰਨ ਸਲੋਕਾਂ ਦੀ ਆਪ ਜੀ ਲੜੀਵਾਰ ਵਿਆਖਿਆ ਸ਼ਰਵਣ ਕਰ ਰਹੇ ਹੋ। ਲੜੀਵਾਰ ਸਲੋਕਾਂ ਦੀ ਵਿਆਖਿਆ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਭਗਤ ਸਾਹਿਬਾਨ ਜੀ ਨੇ ਲੜੀਵਾਰ ਸਲੋਕਾਂ ਦੀ ਵਿਆਖਿਆ ਦੇ ਅੰਤਰਗਤ ਜੋ ਇਸ ਤੋਂ ਪਿਛਲੇ 2 ਸਲੋਕ ਹਨ, ਉਹਨਾਂ ਦੇ ਵਿੱਚ ਹਉਮੈ ਦੇ ਬਾਬਤ, ਹਉਮੈ ਨੂੰ ਕਿਵੇਂ ਨਿਵਰਤ ਕੀਤਾ ਜਾਵੇ, ਹਉਮੈ ਨੂੰ ਨਿਵਰਤ ਕਰਨ ਦਾ ਫਲ ਕੀ ਹੈ, ਉਹਦਾ ਨਤੀਜਾ ਕੀ ਹੈ ਜਦ ਹਉਮੈ ਨਿਵਰਤ ਹੋ ਜਾਵੇ, ਅਤੇ ਹਉਮੈ ਦੇ ਨਿਵਰਤ ਹੋਣ ਨਾਲ ਕਿਹੜੀ ਅਧਿਆਤਮਿਕ ਅਵਸਥਾ ਜੀਵ ਨੂੰ ਨਸੀਬ ਹੁੰਦੀ ਹੈ, ਪ੍ਰਾਪਤ ਹੁੰਦੀ ਹੈ। 2 ਸਲੋਕਾਂ ਦੇ ਵਿੱਚ ਜ਼ਿਕਰ ਸੀ ਕਿ ਜੀਵਨਦਿਆਂ ਆਪਣੀ ਹੋਂਦ ਦੇ ਸਾਰੇ ਅਗਿਆਨਮਈ ਭਰਮਮਈ ਪਸਾਰਾਂ ਨੂੰ ਮੇਟ ਦੇਣਾ ਹਉਮੈ ਦਾ ਨਾਸ਼ ਕਰਨ ਵਾਲਾ ਹੈ। ਅਤੇ ਇਸ ਪ੍ਰਕਾਰ ਇਹ ਉਹੀ ਕਰਦੇ ਨੇ ਜਿਹੜੇ ਸਾਰੀ ਕਾਇਨਾਤ ਦੇ ਵਿੱਚ ਉਸ ਨਿਰਭਉ ਪਰਮੇਸ਼ਰ ਨੂੰ ਰਮਿਆ ਜਾਣਦੇ ਹਨ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਜਦੋਂ ਜੀਵ ਦੀ ਹਉਂ ਵਾਲਾ ਭਾਵ, ਹਉਂ ਵਾਲੀ ਹਸਤੀ ਸਾਰੀ ਮਿਟ ਜਾਂਦੀ ਹੈ, ਉਦੋਂ ਜੀਵਨ ਦੇ ਵਿੱਚ ਆਨੰਦ ਬਣਦਾ ਹੈ। ਅਤੇ ਜਿਹੜਾ ਜੀਵ ਹੈ ਅਕਾਲ ਪੁਰਖ ਦੇ ਵਿੱਚ ਅਭੇਦ ਹੋ ਕੇ ਜਾਂ ਉਹਦੇ ਅਤੀ ਨਿਕਟ ਹੋ ਕੇ ਜੀਵਨ ਦੇ ਪਰਮ ਆਨੰਦ ਨੂੰ, ਪਰਮ ਅਰਥਾਂ ਨੂੰ ਮਾਣਦਿਆਂ ਹੋਇਆਂ ਇਸ ਬ੍ਰਹਿਮੰਡ ਦੇ ਉੱਪਰ ਆਪਣੇ ਜੀਵਨ ਦੀ ਕਿਰਿਆ ਨੂੰ ਬਖਸ਼ਿਸ਼ ਰੂਪ ਦੇ ਵਿੱਚ ਪੂਰਿਆਂ ਕਰਦਾ। ਤਾਂ ਇਸੇ ਪ੍ਰਕਾਰ ਹੁਣ ਅੱਗੇ ਭਗਤ ਕਬੀਰ ਸਾਹਿਬ ਜੀ ਸਾਨੂੰ ਇਸ ਸ਼ਲੋਕ ਦੇ ਵਿੱਚ ਦੱਸ ਰਹੇ ਨੇ ਕਿ ਹਉਮੈ ਦੀਰਘ ਰੋਗ ਤਾਂ ਹੈ, ਹਉਮੈ ਹਰੇਕ ਜੀਵ ਨੂੰ ਵਿਆਪਤ ਤਾਂ ਹੈ। ਗੁਰਬਾਣੀ 'ਚ ਵਾਕ ਹੈ, ਜਿਨ ਰਚ ਰਚਿਆ ਪੁਰਖ ਵਿਦਾਤੈ, ਨਾਲੇ ਹਉਮੈ ਪਾਈ। ਹਉਮੈ ਵਿੱਚ ਜਗ ਉਪਜੈ ਪੁਰਖਾ, ਨਾ ਵਿਸਰਿਆ ਮਰ ਜਾਈ। ਭਾਵ ਕਿ ਇਸ ਤਰ੍ਹਾਂ ਦੇ ਵਾਕ ਤੋਂ ਪਤਾ ਹੈ ਕਿ ਹਰੇਕ ਜੀਵ ਦੇ ਅੰਦਰ ਵਿਆਪਤ ਹੈ, ਪਰ ਇਹਦੇ ਤੋਂ ਛੁਟਕਣ ਦਾ ਵੀ ਕੋਈ ਢੰਗ ਹੋਏਗਾ। ਦੁਨੀਆ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਰੋਗ ਨੇ, ਅਨੇਕਾਂ ਤਰ੍ਹਾਂ ਦੀਆਂ ਸਰੀਰਕ ਮਾਨਸਿਕ ਸਮੱਸਿਆਵਾਂ ਨੇ, ਪਰ ਉਹਦਾ ਹਰੇਕ ਦਾ ਇੱਕ ਉਪਚਾਰ, ਇੱਕ ਵਿਧੀ, ਇੱਕ ਇਲਾਜ ਸੰਭਵ ਹੈ, ਉਪਲਬਧ ਹੈ। ਇਸੇ ਪ੍ਰਕਾਰ ਜੇ ਅਧਿਆਤਮਿਕ ਸਾਧਨਾਂ ਦੇ ਵਿੱਚ ਸਭ ਤੋਂ ਵੱਡਾ ਰੋਗ ਹਉਮੈ ਕਿਹਾ ਜਾਂਦਾ ਹੈ, ਜਿਹਨੇ ਸਾਰੇ ਜਗਤ ਨੂੰ ਕਿਹਾ। ਗੁਰਬਾਣੀ 'ਚ ਵਾਕ ਆਉਂਦਾ, ਹਉਮੈ ਰੋਗ ਮਾਨੁਖ ਕਉ ਦੀਨ। ਜਦੋਂ ਸਾਰੇ ਇਸ ਰੋਗ ਤੋਂ ਗ੍ਰਸਤ ਨੇ, ਕੋਈ ਸੂਖਮ ਰੂਪ ਦੇ ਵਿੱਚ ਹੈ, ਕੋਈ ਥੋੜ੍ਹਾ ਸਥਾਈ ਰੂਪ ਦੇ ਵਿੱਚ ਹੈ, ਕੋਈ ਬਹੁਤ ਜ਼ਿਆਦਾ ਗਹਿਰੇ ਰੂਪ ਵਿੱਚ ਹੈ, ਤਾਂ ਯਕੀਨਨ ਇਹਦਾ ਨਿਵਾਰਨ ਵੀ ਹੋਏਗਾ। ਤਾਂ ਭਗਤ ਕਬੀਰ ਸਾਹਿਬ ਜੀ ਅੱਜ ਦੇ ਸ਼ਲੋਕ ਦੇ ਵਿੱਚ 7 ਨੰਬਰ ਸ਼ਲੋਕ ਦੇ ਵਿੱਚ ਬਖਸ਼ਿਸ਼ ਕਰਦੇ ਹਨ। ਕਬੀਰ ਸਭ ਤੇ ਹਮ ਬੁਰੇ, ਉਚਾਈ 'ਤੇ ਖੜ੍ਹੇ ਹਾਂ, ਡਿੱਗਣ ਦਾ ਡਰ ਬਣਿਆ ਰਹੇਗਾ।
ਉਚਾਈ ਦੀ ਤਰਫ ਜਾ ਰਹੇ ਹਾਂ, ਕਦਮ ਫਿਸਲ ਗਏ ਤਾਂ ਮੁੜ ਜ਼ਮੀਨ 'ਤੇ ਆਉਣਾ ਪਏਗਾ। ਭਾਵ ਕਿ ਹਉਮੈ ਦੇ ਸਹਿਤ ਹਉ ਹਉ ਕਰਨੀ ਸ਼ੁਰੂ ਕਰ ਦਿੱਤੀ ਹੈ। ਹਉਮੈ ਦੇ ਸਹਿਤ ਹਰੇਕ ਚੀਜ਼ ਨੂੰ ਆਪਣਾ, ਆਪਣੇ ਆਪ ਨੂੰ ਸ਼੍ਰੇਸ਼ਟ, ਆਪਣੇ ਆਪ ਨੂੰ ਉੱਤਮ ਮੰਨਣਾ ਸ਼ੁਰੂ ਕਰ ਦਿੱਤਾ ਹੈ। ਅਤੇ ਆਖਰ ਇੱਕ ਦਿਨ ਉੱਤਮਤਾਈ ਦਾ ਜਿਹੜਾ ਅਹੰਕਾਰ ਹੈ, ਸਰਵ ਸ਼੍ਰੇਸ਼ਟ ਹੋਣ ਦਾ ਭਰਮ ਹੈ, ਬਿਨਸ ਜਾਏਗਾ ਅਤੇ ਮਨੁੱਖ ਨੂੰ ਫਿਰ ਉਸੇ ਨਿਮਨ ਹਾਲਤ 'ਤੇ ਆਉਣਾ ਪਏਗਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਸਭ ਤੇ ਹਮ ਬੁਰੇ। ਉਚਾਈ 'ਤੇ ਡਿੱਗਣ ਤੋਂ ਡਰ ਲੱਗਦਾ ਹੈ ਜਾਂ ਉਚਾਈ ਤੋਂ ਡਿੱਗ ਕੇ ਚੂਰ ਚੂਰ ਹੋਣ ਦਾ ਫਿਕਰ ਹੈ, ਤਾਂ ਯਕੀਨਨ ਹੈ ਇਹਦਾ ਢੰਗ ਕੀ ਹੈ ਬਚਣ ਦਾ, ਕਿ ਬੈਠਿਆ ਹੀ ਜ਼ਮੀਨ ਦੇ ਉੱਪਰ ਜਾਏ, ਉਚਾਈ 'ਤੇ ਬੈਠਿਆ ਹੀ ਨਾ ਜਾਏ। ਉਚਾਈ 'ਤੇ ਬੈਠਾਂਗੇ ਗਿਰਨ ਦਾ, ਡਿੱਗਣ ਦਾ ਡਰ ਬਣਿਆ ਰਹੇਗਾ। ਭਾਵ ਕਿ ਜੇ ਮਨ ਰਹੇਗਾ ਹੀ ਵਿਨਮਰ, ਵਿਨਮਰ ਦਾ ਭਾਵ ਹੈ ਜੇ ਨਿਮਰਤਾ ਦੇ ਥੜੇ ਦੇ ਉੱਪਰ ਮਨ ਟਿਕਿਆ ਰਹੇਗਾ, ਜੀਵਨ ਦੀ ਸਾਰੀ ਹਸਤੀ ਨਿਮਰਤਾ ਦੇ ਸਹਿਤ ਜੁੜੀ ਰਹੇਗੀ, ਤਾਂ ਉਹਨੂੰ ਕਿਸੇ ਪ੍ਰਕਾਰ ਘਬਰਾਉਣ ਦੀ ਲੋੜ ਨਹੀਂ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਸਭ ਤੇ ਹਮ ਬੁਰੇ। ਜਦੋਂ ਹਉ ਛੱਡ ਦਿੱਤੀ, ਉਦੋਂ ਇਹ ਪ੍ਰਤੀਤ ਹੋਣਾ ਸ਼ੁਰੂ ਹੋਇਆ ਕਿ ਬੁਰਾ ਮੈਂ ਹਾਂ, ਦੂਜਾ ਨਹੀਂ। ਇਸ ਕਰਕੇ ਮੈਂ, ਹਉਮੈ ਇੱਕ ਅਜਿਹੀ ਅਵਸਥਾ ਹੈ ਜਿਹੜੀ ਸਾਨੂੰ ਪਰਮੇਸ਼ਰ ਤੋਂ ਪਹਿਲਾਂ ਭਿੰਨ ਕਰਦੀ। ਅਸੀਂ ਸਮਝਦੇ ਹਾਂ ਕਿ ਠੀਕ ਹੈ, ਅਕਾਲ ਪੁਰਖ ਹਸਤੀ ਹੈ, ਪਰ ਅਸੀਂ ਵੱਖਰੇ ਹਾਂ, ਅਸੀਂ ਕੁਝ ਵਿਸ਼ੇਸ਼ ਹਾਂ। ਪਹਿਲੇ ਪੱਧਰ 'ਤੇ ਸਾਨੂੰ ਅਕਾਲ ਪੁਰਖ ਨਾਲੋਂ ਵੱਖਰਿਆਂ ਕਰਕੇ ਫਿਰ ਅਗਿਆਨ ਦੇ, ਸਰਵ ਸ਼੍ਰੇਸ਼ਟਤਾ ਦੇ, ਸਰਵ ਉੱਤਮਤਾ ਦੇ ਅਗਿਆਨਮਈ ਭਰਮ ਵਿੱਚ ਸਾਨੂੰ ਪਾ ਦਿੰਦੀ ਹੈ। ਤਾਂ ਸਾਡਾ ਸਾਰਾ ਜੀਵਨ ਇਹਦੇ ਵਿੱਚ ਹੀ ਗ੍ਰਸਤ ਹੋ ਜਾਂਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਦੋਂ ਹਉਮੈ ਛੱਡ ਦਿੱਤੀ, ਪਹਿਲਾਂ ਤਾਂ ਆਪਣੇ ਆਪ ਨੂੰ ਆਨੰਦ ਬਣਿਆ, ਹੁਣ ਜਦੋਂ ਹਉਮੈ ਛੁੱਟ ਗਈ ਹੈ ਤਾਂ ਉਹਦੀ ਇੱਕ ਹੋਰ, ਇੱਕ ਬੜਾ ਵੱਡਾ ਉਹਦਾ ਮਹਾਤਮ ਪ੍ਰਾਪਤ ਹੋਇਆ ਹੈ। ਸਭ ਤੇ ਹਮ ਬੁਰੇ ਆਪਣੀ ਅੰਤਰੀਵ ਹਾਲਤ ਬਿਆਨ ਕਰ ਰਹੇ ਹਨ ਅਤੇ ਦੇਖ ਰਹੇ ਨੇ ਕਿ ਜਦੋਂ ਹਉ ਦੇ ਸਹਿਤ ਸੀ, ਭਾਵ ਕਿ ਮੈਂ ਗਿਆਨੀ ਹਾਂ, ਇਹ ਹਉ ਸੀ। ਦੂਜੇ ਭਾਵੇਂ ਕਿੰਨੇ ਵੀ ਜ਼ਿਆਦਾ ਗਿਆਨੀ ਸਰ, ਪਰ ਉਹਨਾਂ ਦੀ ਹੋਂਦ ਨੂੰ ਨਹੀਂ ਮੰਨਿਆ ਜਾ ਰਿਹਾ ਸੀ। ਇਸ ਕਰਕੇ ਹਉ ਦਾ ਸਭ ਤੋਂ ਵੱਡਾ ਜਿਹੜਾ ਮਨੋਵਿਗਿਆਨਕ ਨੁਕਸ ਹੈ, ਇਹ ਦੂਜੇ ਦੀ ਹੋਂਦ ਦੀ ਉੱਤਮਤਾ ਨੂੰ ਪ੍ਰਵਾਨ ਹੀ ਨਹੀਂ ਕਰਦੀ। ਜੇ ਪ੍ਰਵਾਨ ਕਰੇਗੀ ਤਾਂ ਨੁਕਸ ਕੱਢ ਕੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਸਭ ਤੇ ਹਮ ਬੁਰੇ। ਹਮ ਦਾ ਭਾਵ ਜਿਹੜੀ ਹੰਗਤਾ ਵਾਲੀ ਮੈਂ ਸੀ, ਜਦੋਂ ਉਹਦਾ ਸਾਰਾ ਭਾਵ ਛੱਡ ਦਿੱਤਾ, ਭਾਵ ਕਿ ਆਪਣੇ ਆਪ ਨੂੰ ਉੱਤਮ ਜਨਾਉਣਾ, ਸਰਵ ਸ਼੍ਰੇਸ਼ਟ ਸਿੱਧ ਕਰਨਾ ਜਾਂ ਬੜਾ ਪਾਏਦਾਰ ਹੋਣਾ, ਜਦੋਂ ਇਹ ਸਾਰਾ ਕੁਝ ਛੱਡ ਦਿੱਤਾ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਫਿਰ ਪਹਿਲਾਂ ਬੁਰਾ ਅਦਰ ਦੇ ਵਿੱਚ ਸਿਰਜਿਆ ਜਾ ਰਿਹਾ ਸੀ। ਹਉਮੈ ਦਾ ਇੱਕ ਨਾ ਹੋਰ ਵੀ ਲੱਛਣ ਹੈ, ਗੁਰਬਾਣੀ 'ਚ ਵਾਕ ਹੁੰਦਾ, ਆਪਸ ਕਉ ਦੀਰਘ ਕਰ ਜਾਣੈ ਔਰਨ ਕਉ ਲਗ ਮਾਤ। ਜਿਹੜਾ ਮਨੁੱਖ ਹਉ ਦੇ ਸਹਿਤ ਬੜਾ ਪੀੜਾ ਫਸਿਆ ਹੋਏਗਾ, ਉਹਦੇ ਕੋਲੋਂ ਦੂਜਿਆਂ ਦੇ ਅਵਗੁਣ ਦਾ ਭਰਪੂਰ ਜ਼ਿਕਰ ਹੋਏਗਾ, ਬਹੁਤ ਜ਼ਿਆਦਾ ਹੋਏਗਾ। ਤਾਂ ਇਸੇ ਪ੍ਰਕਾਰ ਕਿਉਂਕਿ ਆਪਸ ਕਉ ਆਪਣੇ ਆਪ ਨੂੰ ਬੜਾ ਸ਼੍ਰੇਸ਼ਟ ਜਾਣਦਾ, ਦੂਜਿਆਂ ਨੂੰ ਬਹੁਤ ਕਿਣਕਾ ਮਾਤਰ ਜਾਣਦਾ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਸਭ ਤੇ ਹਮ ਬੁਰੇ। ਅਬ ਹਉ ਕਰਕੇ ਮਨੁੱਖ ਆਪਣੀ ਇੱਕ ਅਦਰ ਸਾਜਦਾ ਹੈ। ਉਂਝ ਜਦੋਂ ਸਾਡਾ ਜਨਮ ਆਰੰਭ ਹੋਇਆ, ਅਦਰ ਹੈ ਨਹੀਂ, ਅਸੀਂ ਸਾਜਿਆ ਹੋਇਆ ਹੈ। ਅਸੀਂ ਪਰਾਏ ਦੀ ਹੋਂਦ ਬਣਾਈ ਹੈ, ਦੂਜੇ ਦੀ ਹੋਂਦ ਆਪ ਬਣਾਈ ਹੈ, ਤਾਂ ਕਿ ਮੇਰੀ ਹਉ ਮੁਖ ਹੀ ਹੋਂਦ ਬਣੀ ਰਹੇ। ਦੂਜੇ ਨੂੰ ਅਗਿਆਨੀ ਕਹਾਂਗਾ ਤਾਂ ਆਪਣਾ ਗਿਆਨੀ ਹੋਣਾ ਸਿੱਧ ਕਰ ਸਕਾਂਗਾ, ਦੂਜੇ ਨੂੰ ਮੂਰਖ ਕਹਾਂਗਾ ਤਾਂ ਆਪਣਾ ਸਿਆਣਾ ਹੋਣਾ ਸਿੱਧ ਕਰ ਸਕਾਂਗਾ। ਇਸ ਕਰਕੇ ਹਉਮੈ ਦਾ ਇੱਕ ਦੀਰਘ ਭਾਵ ਹੈ ਕਿ ਇਹਨੂੰ ਬਣਾਈ ਰੱਖਣ ਦੇ ਲਈ ਮਨੁੱਖ ਹਮੇਸ਼ਾ ਅਦਰ ਸਾਜਦਾ ਰਹਿੰਦਾ, ਅਤੇ ਗੁਰਬਾਣੀ ਸਾਨੂੰ ਇੱਕ ਹੋਣ ਦਾ, ਏਕਤਵ ਹੋਣ ਦਾ ਉਪਦੇਸ਼ ਦਿੰਦੀ ਹੈ ਕਿ ਦੂਜਾ ਹੈ ਹੀ ਨਹੀਂ। ਇਸੇ ਕਰਕੇ ਗੁਰਬਾਣੀ 'ਚ ਵਾਕ ਆਉਂਦਾ ਨਾ ਕਿ ਤਾਂ ਗੁਰਬਾਣੀ ਵਿੱਚ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਉਦੋਂ ਤੱਕ ਹੀ ਮਨੁੱਖ ਬੁਰਾ ਭਲਾ ਤਿੱਚਰ ਆਖਦਾ, ਜਿੱਚਰ ਹੈ ਦੋਹੋ ਮਾਏ। ਜਿੰਨਾ ਚਿਰ ਮਾਨਸਿਕ ਤੌਰ 'ਤੇ ਦਵੈਤ ਦਵੰਦ ਬਣਿਆ ਹੋਇਆ ਹੈ ਅਤੇ ਦੂਜੇ ਦੀ ਹੋਂਦ ਨੂੰ ਸਾਜ ਕੇ ਆਪਣੀ ਹਉਮੁਖੀ ਹੋਂਦ ਨੂੰ ਐਸਟੈਬਲਿਸ਼ ਕਰਦਾ ਹੈ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਸਭ ਤੇ ਹਮ ਬੁਰੇ। ਭਾਵ ਕਿ ਜਦੋਂ ਹਉ ਮਿਟ ਗਈ, ਫਿਰ ਆਪਣੇ ਆਪ ਨੂੰ ਵਾਚਿਆ, ਤਾਂ ਫਿਰ ਨਿਮਰਤਾ ਦਾ ਜਿਹੜਾ ਹੈ ਪੱਲਾ ਪਕੜਨਾ ਪਿਆ, ਨਿਮਰਤਾ ਦੇ ਸਹਿਤ ਹੋਣਾ ਪਿਆ। ਤਾਂ ਕਿਸ ਪ੍ਰਕਾਰ ਕਿ ਹਮ ਬੁਰੇ, ਕਿ ਹੰਗਤਾ ਹੀ ਮਨੁੱਖ ਨੂੰ ਬੁਰਾ ਬਣਾਉਂਦੀ ਹੈ, ਹਉ ਦਾ ਪਰ ਹੀ ਮਨੁੱਖ ਨੂੰ ਬੁਰਾ ਬਣਾਉਂਦਾ ਹੈ। ਉਂਝ ਸਾਡਾ ਕਿਸੇ ਨਾਲ ਕੋਈ ਦਵੈਤ ਨਹੀਂ, ਕਿਸੇ ਨਾਲ ਵਿਰੋਧਾ ਭਾਵ ਨਹੀਂ ਹੈ, ਪਰ ਜਦੋਂ ਅਸੀਂ ਹਉ ਦੇ ਸਹਿਤ ਹੋ ਕੇ ਆਪਣੀ ਉੱਤਮਤਾ ਸਿੱਧ ਕਰਨ ਲੱਗ ਪੈਂਦੇ ਹਾਂ, ਦੂਜੇ ਦੇ ਨਾਲ ਦਵੰਦ ਪੈਦਾ ਹੋ ਜਾਂਦਾ ਹੈ ਅਤੇ ਸਾਡੇ ਜੀਵਨ 'ਚ ਵਿਘਨ ਪੈਦਾ ਹੋਣੇ ਸ਼ੁਰੂ ਹੋ ਜਾਂਦੇ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਸਭ ਤੇ ਹਮ ਬੁਰੇ। ਹੁਣ ਇਹ
ਇਨਰ ਦੇ ਵਿੱਚ ਉਤਰਨ ਦੀ ਗੱਲ ਹੈ। ਜਪਜੀ ਸਾਹਿਬ ਦੀ ਬਾਣੀ ਰੋਜ਼ਾਨਾ ਪੜ੍ਹਦੇ, ਇੱਕ ਪੰਕਤੀ ਆਉਂਦੀ ਉਹਦੇ ਵਿੱਚ, ਅੰਤਰਗਤ ਤੀਰਥ ਮਲ ਨਾਓ। ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੀ ਕਿਰਿਆ ਤੁਸੀਂ ਸਾਰੇ ਜਾਣੋ। ਉਹਦੇ ਵਿੱਚ ਕੀ ਹੁੰਦਾ ਹੈ? ਡੂੰਘਾ ਉਤਰਿਆ ਜਾਏ, ਸਿਰ ਤੱਕ ਡੂੰਘਾ ਉਹਦੇ ਵਿੱਚ ਉਤਰਿਆ ਜਾਏ। ਉਹ ਅਧਿਆਤਮਿਕ ਅਰਥਾਂ ਦੇ ਵਿੱਚ ਇਸ਼ਨਾਨ ਨੂੰ ਸਮਝਣ ਦਾ ਇੱਕ ਬੜਾ ਸਰਲ ਢੰਗ ਹੈ ਕਿ ਸੁਰਤ ਦੇ ਸਹਿਤ ਮਨੁੱਖ ਸਾਰਾ ਹੀ ਗੁਰੂ ਸ਼ਬਦ ਦੇ ਵਿੱਚ ਇਸ਼ਨਾਨ ਕਰ ਲਏ ਅਤੇ ਉਹ ਆਪਣੇ ਸੱਤ ਦੇ ਨੇੜੇ ਹੋਵੇ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਦੋਂ ਆਪਣੇ ਅੰਦਰੂਨੀ ਮਨ ਦੀ ਹਾਲਤ ਦੇ ਵਿੱਚ ਉਤਰ ਕੇ ਦੇਖਿਆ ਕਿ ਜਦੋਂ ਬੁੱਧੀ ਦੇ ਤਲ 'ਤੇ ਹਉਮੈ ਬੜੀ, ਦੂਜੇ ਨੂੰ ਅਗਿਆਨੀ ਕਿਹਾ। ਜਦੋਂ ਰੂਪ ਦੇ ਤਲ 'ਤੇ ਹਉਮੈ ਬੜੀ, ਦੂਜੇ ਨੂੰ ਕੁਰੂਪ ਕਿਹਾ ਜਾਂ ਕੁਸੋਹਣਾ ਕਿਹਾ। ਇਸੇ ਕਰਕੇ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਵਾਕ ਆਉਂਦੇ ਨੇ, ਸਤਿਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ, ਜੋ ਜਾਣੈ ਮੈਂ ਜੋ ਬਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਹਮ ਤਜ ਛੱਡ ਦਿੱਤਾ ਹਮ ਦਾ ਸਾਰਾ ਭਾਵ। ਹਮ ਦਾ ਭਾਵ ਕਿ ਜਿਸ ਜਿਸ ਕਾਰਨ, ਜਿਸ ਜਿਸ ਪੱਖ ਕਰਕੇ ਆਪਣੇ ਆਪ ਨੂੰ ਦੂਜੇ ਨਾਲੋਂ ਜਾਂ ਸਾਰਿਆਂ ਨਾਲੋਂ ਉੱਤਮ ਸਮਝਦੇ ਸਾਂ, ਭਰਮ ਦੇ ਵਿੱਚ, ਗਿਆਨ ਦੇ ਵਿੱਚ ਨਹੀਂ, ਭਰਮ ਦੇ ਵਿੱਚ। ਕਹਿੰਦੇ ਜਦੋਂ ਇਹ ਸਾਰੇ ਭਾਵ ਛੱਡ ਦਿੱਤੇ ਹਨ, ਹਮ ਤਜ ਭਲੋ ਸਭ ਕੋਏ, ਫਿਰ ਹਰ ਇੱਕ ਭਲਾ ਨਜ਼ਰ ਆਇਆ। ਭਾਈ ਗੁਰਦਾਸ ਸਾਹਿਬ ਜੀ ਦੀ ਵਾਰਾਂ ਅਸੀਂ ਪੜ੍ਹੀ, ਉਹਦੇ ਵਿੱਚ ਜ਼ਿਕਰ ਆਉਂਦਾ ਸਾਨੂੰ ਨਿਮਰਤਾ। ਹੁਣ ਹਮ ਤਜ, ਕਬੀਰ ਸਭ ਤੇ ਹਮ ਬੁਰੇ। ਹੁਣ ਇਹ ਬੁਰੇ ਦੀ ਤਾਂ ਕੋਈ ਕੰਸੈਪਸ਼ਨ ਬਣਾਉਣੀ ਪੈਗੀ। ਇਸ ਤਰ੍ਹਾਂ ਕੌਣ ਬੁਰਾ ਆਪਣੇ ਆਪ ਨੂੰ ਮੰਨਦਾ? ਕੋਈ ਨਹੀਂ ਮੰਨਦਾ। ਤਾਂ ਭਾਈ ਗੁਰਦਾਸ ਸਾਹਿਬ ਜੀ ਦੀ ਇੱਕ ਪੌੜੀ ਹੈ ਵਾਰਾਂ ਦੇ ਵਿੱਚ, ਉਹ 20 ਔਗਣਾਂ ਦਾ ਜ਼ਿਕਰ ਕਰਦੇ ਨੇ ਕਿ 20 ਔਗਣਾਂ ਦੀ ਆਪਣੇ ਅੰਦਰੋਂ ਤਲਾਸ਼ ਕਰੀ ਜਾਵੇ। ਜੇ ਉਹ ਇੰਨੇ ਔਗਣ ਮਨੁੱਖ ਦੇ ਅੰਦਰ ਹੋਣ ਤਾਂ ਫਿਰ ਇਸ ਔਗਣਾਂ ਦੇ ਆਪਣੇ ਭਾਵ ਨੂੰ ਜਾਣਨ ਤੋਂ ਬਾਅਦ ਮਨੁੱਖ ਕਿਸੇ ਦੂਜੇ 'ਤੇ ਔਗਣ ਆਇਦ ਨਹੀਂ ਕਰੇਗਾ ਅਤੇ ਆਪਣੇ ਔਗਣਾਂ ਦੇ ਨਿਵਾਰਨ ਵਿੱਚ ਪਿਆ ਰਹੇਗਾ। ਜਿਵੇਂ ਆਪਣੇ ਔਗਣਾਂ ਦਾ ਪੂਰਾ ਨਿਵਾਰਨ ਕਰ ਲਏਗਾ ਅਤੇ ਫਿਰ ਉਹਦੇ ਲਈ ਕੋਈ ਦੂਜਾ ਔਗਣ ਨਹੀਂ ਰਹਿ ਜਾਏਗਾ। ਸ਼੍ਰੀ ਕ੍ਰਿਸ਼ਨ ਨੇ ਯੁਧਿਸ਼ਟਰ ਨੂੰ ਅਤੇ ਦੁਰਯੋਧਨ ਨੂੰ ਭੇਜਿਆ ਮਥੁਰਾ ਨਗਰ ਦੇ ਵਿੱਚ ਕਿ ਲੱਭ ਕੇ ਲਿਆਓ ਇੱਕ ਚੰਗਾ ਇਨਸਾਨ ਅਤੇ ਇੱਕ ਬੁਰਾ ਇਨਸਾਨ। ਯੁਧਿਸ਼ਟਰ ਜਦੋਂ ਚੱਲਿਆ, ਧਰਮ ਪੁੱਤਰ ਕਿਹਾ ਜਾਂਦਾ ਹੈ, ਉਹਨੂੰ ਲੱਗਿਆ ਕਿ ਸ਼ਾਇਦ ਕੋਈ ਜਿਹੜਾ ਹੈ ਬੁਰਾ ਲੱਭ ਜਾਏਗਾ। ਦੁਰਯੋਧਨ ਨੂੰ ਕਿਹਾ ਸੀ ਕੋਈ ਚੰਗਾ ਲੱਭ ਕੇ ਲਿਆਉਣਾ। ਹੁਣ ਯੁਧਿਸ਼ਟਰ ਚੱਲਿਆ, ਜਦੋਂ ਚੱਲਿਆ ਪਹਿਲਾਂ ਦ੍ਰਿਸ਼ਟੀ ਬਾਹਰ ਮੁਖੀ ਹੈ ਕਿ ਮਥੁਰਾ ਦੇ ਵਿੱਚ ਕੋਈ ਮਾੜਾ ਬੰਦਾ ਲੱਭਿਆ ਜਾਏ, ਬੁਰਾ ਬੰਦਾ ਲੱਭਿਆ ਜਾਏ। ਜਿਉਂ-ਜਿਉਂ ਚੱਲਦਾ ਗਿਆ ਆਪਣੇ ਅੰਦਰ ਝਾਤ ਵੱਜਦੀ ਗਈ। ਸੋਚਿਆ ਕਿ ਕੋਈ ਬੰਦਾ ਨਸ਼ਈ ਲੱਭਿਆ ਜਾਵੇ, ਸੋਚਿਆ ਹੋਏਗਾ ਇਸ ਤਰ੍ਹਾਂ ਦਾ, ਪਰ ਦੇਖਿਆ ਕਿ ਮੈਂ ਤਾਂ ਰੋਜ਼ ਵਿਕਾਰਾਂ ਦਾ, ਕਾਮ ਆਦਿਕ ਦਾ, ਕ੍ਰੋਧ ਦਾ ਨਸ਼ਾ ਕਰਦਾ। ਮਤਲਬ ਜਿਉਂ-ਜਿਉਂ ਯੁਧਿਸ਼ਟਰ ਦੇ ਕਦਮ ਵੱਧਦੇ ਗਏ, ਉਵੇਂ ਉਹਦੀ ਅੰਦਰ ਝਾਤ ਵੱਜਦੀ ਗਈ ਅਤੇ ਜਦੋਂ ਆਖਰ ਸਾਰੇ ਨਗਰ ਨੂੰ ਭ੍ਰਮਣ ਕਰ ਲਿਆ, ਉਹਨੂੰ ਕੋਈ ਬੁਰਾ ਨਾ ਲੱਭਾ ਕਿਉਂਕਿ ਉਹ ਆਪਣੇ ਅੰਦਰ ਉਤਰ ਚੁੱਕਾ ਸੀ। ਜਿਹੜਾ ਦੁਰਯੋਧਨ ਸੀ, ਉਹਦੀ ਦ੍ਰਿਸ਼ਟੀ ਬਾਹਰ ਮੁਖੀ ਬਣੀ ਰਹੀ ਅਤੇ ਉਹਨੂੰ ਆਪਣੇ ਅੰਦਰ ਦਾ ਜਿਹੜਾ ਹੀਣਾਪਨ ਹੈ ਜਾਂ ਥੋੜ੍ਹਾ ਘਾਟ ਵਾਲਾ ਪੱਖ ਹੈ ਉਹ ਨਜ਼ਰ ਹੀ ਨਾ ਆਇਆ ਅਤੇ ਉਹ ਬਾਹਰੀ ਤਲ 'ਤੇ ਸਾਰੀਆਂ ਘਾਟਾਂ ਦੇਖਦਾ ਰਿਹਾ ਅਤੇ ਆਖਰ ਦੋਵੇਂ ਵਾਪਸ ਆ ਕੇ ਕਹਿਣ ਲੱਗੇ, ਯੁਧਿਸ਼ਟਰ ਕਹਿਣ ਲੱਗਾ ਮੈਨੂੰ ਕੋਈ ਮਾੜਾ ਲੱਭਿਆ ਨਹੀਂ, ਦੁਰਯੋਧਨ ਕਹਿਣ ਲੱਗੇ ਮੈਨੂੰ ਕੋਈ ਚੰਗਾ ਨਜ਼ਰ ਨਹੀਂ ਆਇਆ। ਗੱਲ ਕੀ ਇਹਦੇ ਵਿੱਚ ਮਨੋਵਿਗਿਆਨਕ ਨੁਕਤਾ ਹੈ ਕਿ ਜਦੋਂ ਅੰਤਰੀਵ ਦੇ ਵਿੱਚ ਉਤਰਾਂਗੇ, ਉਂਝ ਠੀਕ ਹੈ ਕਿ ਦੁਨੀਆਦਾਰੀ ਬਣਾਉਣ ਲਈ ਅਸੀਂ ਬੜਾ ਕੁਝ ਛੁਪਾਉਂਦੇ ਵੀ ਹਾਂ, ਬੜਾ ਕੁਝ ਆਪਣੇ ਆਪ ਨੂੰ, ਪਰ ਹਰੇਕ ਮਨੁੱਖ ਨੂੰ ਆਪਣੀ ਅਸਲ ਅਵਸਥਾ ਦੇ ਨਿਕਟ ਹੋਣਾ ਚਾਹੀਦਾ। ਤਾਂ ਭਗਤ ਕਬੀਰ ਸਾਹਿਬ ਜੀ ਦੱਸ ਰਹੇ ਨੇ, ਹਮ ਤਜ ਭਲੋ ਸਭ ਕੋਏ, ਕਿ ਜਿਉਂ-ਜਿਉਂ ਮਨ ਦੇ ਅੰਤਰੀਵ ਉਤਰਦੇ ਗਏ। ਅਤੇ ਭਾਈ ਗੁਰਦਾਸ ਸਾਹਿਬ ਜੀ ਦੀ ਪੌੜੀ ਵਿੱਚ ਹੀ 20 ਔਗਣ ਕਿਸ ਪ੍ਰਕਾਰ ਨੇ? ਹਉ ਅਪਰਾਧੀ ਗੁਨਾਹਗਾਰ, ਹਉ ਬੇਮੁਖ ਮੰਦਾ। ਹੁਣ ਇਸ ਵੈਸੇ ਤਾਂ 20 ਔਗਣ ਨੇ ਵਿਚਾਰ ਕਰਾਂਗੇ ਸਮਾਂ ਵਸੀਹ ਲੱਗੇਗਾ, ਪਰ ਜੇ ਸਰਲ ਜਿਹਾ ਵਿਚਾਰ ਕਰ ਲੀजिए, ਹਉ ਅਪਰਾਧੀ, ਗੁਰਬਾਣੀ 'ਚ ਅਪਰਾਧੀ ਦੀ ਪਰਿਭਾਸ਼ਾ ਲੱਭਣੀ ਹੋਵੇ ਜਾਂ ਅਪਰਾਧੀ ਬਾਰੇ ਸਤਿਗੁਰੂ ਕੀ ਬਖਸ਼ਿਸ਼ ਕਰਦੇ ਹਨ? ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਓ, ਪਿੰਡ ਥਾ ਦੀਆ ਤਿਸ ਕੀ ਭਾਓ ਭਗਤ ਨੈ ਸਾਧੀ। ਵੀ ਪਹਿਲਾ ਅਪਰਾਧ ਇਹ ਕਰ ਰਹੇ ਹਾਂ ਕਿ ਜਿਹਦਾ ਦਿੱਤਾ ਰਿਜ਼ਕ, ਜਿਹਦੀ ਉਤਪਤ ਕੀਤੀ ਸ੍ਰਿਸ਼ਟ, ਜਿਹਦੀ ਦਿੱਤੀ ਹੋਈ ਕਾਇਆ, ਜਿਹਦੇ ਦਿੱਤੇ ਹੋਏ ਪ੍ਰਾਣ, ਜਿਹਦੀ ਦਿੱਤੀ ਹੋਈ ਆਤਮ ਜੋਤ ਦੇ ਨਾਲ ਜੀਵਨ ਬਣਿਆ ਹੈ, ਉਹਦੀ ਹੀ ਯਾਦ ਸਾਡੇ ਕੋਲ ਨਹੀਂ ਹੈ। ਪਹਿਲਾ ਅਪਰਾਧੀ ਪੁਣਾ ਇਹ ਹੈ। ਹਉ ਅਪਰਾਧੀ, ਅੱਗੇ ਆਉਂਦਾ ਗੁਨਾਹਗਾਰ। ਗੁਨਾਹਗਾਰ ਦਾ ਭਾਵ ਇਹ ਹੈ ਕਿ ਜਿੰਨੇ ਜੀਵਨ ਦੇ ਤਮਾਮ ਕਰਦੇ ਹਾਂ, ਪਤਾ ਵੀ ਹੈ ਕਿ ਉਹ ਸਿਰਜਣਹਾਰ ਸਦ ਦੇਖਦਾ ਹੈ, ਸਦ ਵੇਖਦਾ ਹੈ, ਉਹਦੇ ਦੇਖਣ ਦੇ ਬਾਵਜੂਦ ਵੀ ਗੁਨਾਹ ਕਰੀ ਜਾ ਰਹੇ ਹਾਂ। ਭਾਵ ਕਿ ਇਸੇ ਪ੍ਰਕਾਰ ਬੇਮੁਖਤਾਈ ਦਾ ਭਾਵ ਇਹ ਹੈ ਰੋਜ਼ਾਨਾ ਗੁਰੂ ਦਰ ਤੋਂ, ਧਰਮ ਮੰਦਰਾਂ ਤੋਂ ਅਧਿਆਤਮਿਕ ਕਰਮਾਂ ਵੱਲ ਜੁੜਨ ਦੀ ਸੱਦ ਪੈਂਦੀ ਹੈ, ਪਰ ਸਾਨੂੰ ਸੁਣਾਈ ਨਹੀਂ ਦਿੰਦੀ। ਇਸੇ ਪ੍ਰਕਾਰ ਬੇਮੁਖ ਮੰਦਤਾਈ ਦਾ ਭਾਵ
कि हर वेले मलीन ख्यालों में भरमिया रहिंदा। इस प्रकार भाई गुरदास जी ने 20 अवगुण गिणे ने। हुण जदों हरेक गुण की हुण गल ये है कि अवगुण हरेक मनुख च हो सकते हैं और हुंदे ने, पर यह है भी किसी के अवगुण बहुत थोड़े रह गए होंगे ने, बहुत थोड़ी जी मात्रा दे विच। जिवें अपराधी की गल है, हो सकता है कोई बहुत वड्डा अपराधी होवे, मतलब जिंदगी भर परमेश्वर के मार्ग वाल ना चलिया होवे। कोई ऐसा जिहदा किते कुछ कुछ दिन बनते हुण साल दे विच जदों बंदगी का कर्म ना करदा होवे। इस करके अवगुणां दी मैल हौली हौली मिटनी पैंदी है। तो इसे प्रकार गुरु साहब जी भगत कबीर साहब जी बख्शिश करते, कबीर सब ते हम बुरे हम तज भलो सब कोए। जदों हौं छड्ड दित्ती फिर सारा कुछ अपने अंदर दे विच उतरे तो उहदे विच याद आया तो कहंदे भलो सब कोए। फिर आख्या चंगे ने, क्यों? क्योंकि हुण उन्हां दा इनर मैं नहीं जानदा। घट्टो घट्ट असीं जदों भी किसी इंसान बारे कोई अवगुण की चर्चा करते हैं, असीं ये किन्ना क प्रमाणिक कर सकते हैं कि वाकई इस अवगुण विच होएगा। वो तो असी अपने दृष्टिकोण चों बनाया, क्योंकि असी हौमे दे विच असी तां करके अवगुण बनाया। हो सकता अगले दा अवगुण होवे ही ना। इस करके हौं दा एक होर भी नुक्स है कि ये गुण नूं भी अवगुण दे विच प्रवृत्त कर दिंदी है। जिवें कंडा फुੱਲ दी रखिया लई बनिया होया है, पर जिहड़ी ਉਹਨੂੰ निंदिया विच लै जांदी है ते आखदी है कि फुੱਲ दा अवगुण है कि इहनूं कंडे लगे हुए ने। दृष्टिकोण है हौं दा जिहड़ा विगड़िया हुंदा है। तो भगत कबीर साहब जी कहंदे, जिन ऐसा कर बूझिया मीत हमारा सोए जिन्ने इस तरह बुझ लिया। जिहड़े सतसंगी नूं इस तरह जिउणा आ गया। ठीक है कि असीं दुनियादारी च अपने अवगुण एकदम नहीं इकबाल कर सकते, किन्ने साडे अंदर ने, ना साडी इन्नी हैसियत है समर्था है, पर अपने आप दे निकट बह के जदों शब्द विचार सुणन दा नुकता ही ये है कि ना उत्थे तुहाडी गल होनी है ना मेरी गल होनी है। असी सतगुरु शब्द का जिहड़ा दर्पण है उहदे सामने कथनी वाले ने भी अपना मुख देखना कि मेरे मुख का की भाव बनता है, तो सुनने वाले ने भी देखना है। तो इस प्रकार भगत कबीर साहब जी कहते, जिन ऐसा कर बूझिया, जिन्हें जीवन का ये सूत्र बुझ लिया। जीवन च आनंद चाहिदा है, पर जिन्हें ये सूत्र पकड़ लिया, भगत कबीर साहब जी कहते मीत हमारा सोए असल दे विच उही साडा मित्र है। भाव कि जदों हौं मिटदी है उदों ठीक तरीके नाल मित्रता बनदी। और मीत हमारा सोए दा भाव ये है कि जिहड़ा हौं नूं बुझ के ਇਹਦੇ ਨਿਵਾਰਨ वाले पासे पै जाता है, उही परमेश्वर के निकट हुंदा, दूजा नहीं। जब जे असीं बाणी च रोज़ाना पढ़ते हैं, गुरु साहब जी ने बाणी च सिद्धांत रमजा बड़ी कमाल दियां रखियां ने। एक सुभावक मैं पिछले 2-3 साल के वक्फे दौरान ईगो के परसपैक्टिव से बड़ा पढ़िया कि बड़ा लभ्या जाए, बड़ा कुछ समझ भी आया, बड़ा कुछ अभ्यास च भी हम इंप्लीमेंट करने का यतन किया। पर गुरु कृपा सदका एक वाक दे विच ही सारी कंप्लीट गल बन जाती है। वाक पढ़दे आ, हौमै दीर्घ रोग है दारू पी इस माहे। कितनी सरल गल है। भाव के कहते उंजे डूंगा रोग है, पर ये रोग दे विच ही इहदी दारू पई। हुण मनुख कहेगा रोग दे विच इलाज किवें पिया हुंदा है, रोग दे विच इलाज इवें पिया है। जदों हौमे सहित सी कोई कर्म करते सी, अपने आप नाल जोड़ते सी, मैं कीता, मैं करन वाला, मेरे द्वारा ही हो सकता है, मैं ही विशेष हाँ। तो बस इसे भाव नूं उल्टा कर देना है। उल्टा करन दा भाव जिथे मैं रखदे हाँ उत्थे तेरा ते तूं रख देना है। तो हरेक क्रिया नूं जो भी चंगा मंदा वापरे उन्होंने अर्पण करते जाना है। तो हौली हौली करदिआं मनुख छुटक जाएगा। भाव कि उही मैं ਜਿਹੜੀ ਪਹਿਲਾਂ ਬਣਦੀ ਸੀ ਸੰਸਾਰ ਦੇ ਨਾਲ, ਛੋਟਾਪਣ ਬਣਾਉਂਦੀ ਸੀ, ਉਹੀ ਮੈਂ ਜਦੋਂ ਤੂੰ ਬਣ ਜਾਂਦੀ ਹੈ ਤਾਂ ਫਿਰ ਹਉਮੈ ਦਾ ਨਿਵਾਰਨ ਹੋ ਜਾਂਦਾ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਿਨ ਐਸਾ ਕਰ ਬੂਝਿਆ, ਜਿਨਨੇ ਮੈਂ ਨੂੰ ਛੱਡ ਕੇ ਤੂੰ ਦਾ ਰਸਤਾ ਪਕੜਿਆ, ਮੇਰੀ ਨੂੰ ਛੱਡ ਕੇ ਤੇਰੀ ਦੇ ਭਾਵ ਵਿੱਚ ਪੈ ਗਿਆ। ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹਦੀ ਹਉ ਮਿਟ ਗਈ ਅਤੇ ਉਹ ਪਰਮੇਸ਼ਰ ਦੇ ਪਰਮ ਸਰੂਪ ਦੇ ਨੇੜੇ ਹੋ ਗਿਆ। ਹੁਣ ਅਸੀਂ ਗੁਰੂ ਸਾਹਿਬਾਨਾਂ ਦੇ ਜੀਵਨ ਦਾ ਬਿਰਤਾਂਤ ਸ਼ਰਵਣ ਕਰਦੇ ਹਾਂ ਤਾਂ ਦੇਖੋ कि 7 साल भाई लहणा जी साधना करते हैं। जदों उन्हां दी पूरी हस्ती मिट जाती, गुरु साहब जी कहते मुर्दा खा लो। भाव कि डार्कनैस के पसार नूं समाउण दी गल करते हैं। भाई लहणा जी कोई उजरत राज नहीं करते, अगों सगों कहते हैं सतगुरु किहड़े तरफों शुरू करा। जदों इन्ने वाक कहते हैं सतगुरु अपने गले नाल अपने लगा के बख्शिश करते हैं। इस प्रकार कि भाव जदों मीत हमारा सोए, सानू गुरु ने प्रवाह नहीं उदों करना है जदों असी शुद्ध हो गए। तो शुद्ध असी मन के विकार, हौमे, द्वैत, ये सारा कुछ छड्ड के शुद्ध होना है। सरीरक रूप दे विच शुद्ध होना आसान है
ਜਿਹੜਾ ਮਨ ਬੁੱਧ ਸੁਰਤ ਦੇ ਤਲ 'ਤੇ ਸ਼ੁੱਧ ਹੋਣਾ ਇਹ ਜ਼ਿਆਦਾ ਔਖਾ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ, ਉਹੀ ਪਰਮੇਸ਼ਰ ਦਾ ਨਿਕਟ ਵਰਤੀ ਹੈ, ਉਹਦਾ ਸੰਗੀ ਹੈ, ਜਿਹੜਾ ਹਉਂ ਦੀ ਮੇਟ ਨੂੰ ਹੋ ਕੇ ਆਪਣੇ ਸਾਰੇ ਭਾਵ ਛੱਡ ਕੇ ਉਹਦੀ ਹਸਤੀ ਨੂੰ ਕਬੂਲ ਕਰਦਾ। ਗੁਰਬਾਣੀ ਜਪਜੀ ਸਾਹਿਬ ਦੇ ਵਿੱਚ ਕਿੱਡੇ ਜਪਜੀ ਸਾਹਿਬ ਨਿਰੋਲ ਫਿਲੋਸੋਫੀਕਲ ਬਾਣੀ ਹੈ। ਉਹਦੇ ਵਿੱਚ ਵਾਕ ਆਉਂਦੇ ਨੇ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਈ। ਹੁਣ ਕਿੰਨੀ ਇਹ ਵੀ ਗੱਲ ਆਪਣੇ ਆਪ ਦੇ ਵਿੱਚ ਬੜੀ ਡੂੰਘੀ ਵੀ ਹੈ ਅਤੇ ਬੜੀ ਸਰਲ ਵੀ ਹੈ। ਨਾਨਕ ਹੁਕਮੈ ਜੇ ਬੁੱਝੈ, ਹੁਕਮੈ ਜੇ ਬੁੱਝੈ ਦਾ ਭਾਵ ਕਿ ਹੁਕਮ ਦੇ ਵਿੱਚ ਸਾਡੀ ਉਤਪਤ ਹੋਈ ਹੈ। ਹੁਕਮ ਦੇ ਵਿੱਚ ਅਸੀਂ ਕੋਈ ਬੀਜ ਬੋਇਆ, ਉਹਦੀ ਫਸਲ ਦਾ ਬੜਾ ਵੱਡਾ ਝਾੜ ਮਿਲ ਗਿਆ। ਇਹ ਸਾਰਾ ਕੁਝ ਹੁਕਮ ਰੂਪ 'ਚ ਹੋਇਆ ਹੈ। ਅਸੀਂ ਇਹਦੇ ਵਿੱਚ ਆਪਣਾ ਆਪ ਕਿਉਂ ਦਖਲ ਕਰ ਰਹੇ ਹਾਂ? ਜੋ ਹੁਕਮ ਦੇ ਵਿੱਚ ਵਾਪਰਿਆ ਉਹਨੂੰ ਮਾਣੀ ਜਾਈਏ, ਹੰਡਾਈ ਜਾਈਏ ਅਤੇ ਉਹਨੂੰ ਸ਼ੁਕਰਾਨੇ, ਧੰਨਵਾਦ ਜਾਂ ਅਰਪਣ ਦੇ ਭਾਵ ਵਿੱਚ ਰੱਖੀਏ ਤਾਂ ਹਉਮੈ ਦੀ ਜਿਹੜੀ ਪ੍ਰਵਿਰਤੀ ਹੈ ਸਾਡੇ ਨਿਕਟ ਆ ਹੀ ਨਹੀਂ ਸਕਦੀ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਬੀਰ ਆਈ ਮੁਝੇ ਪਹਿ ਅਨਕ ਕਰੇ ਕਰ ਭੇਸ। ਹੁਣ ਭਗਤ ਕਬੀਰ ਸਾਹਿਬ ਜੀ ਅਗਲੇ ਸ਼ਲੋਕ ਦੇ ਵਿੱਚ ਬਖਸ਼ਿਸ਼ ਕਰਦੇ ਹਨ ਕਿ ਹਉ ਤੋਂ ਬਾਅਦ ਜਿਹੜੀ ਅਗਲੀ ਦਰਪੇਸ਼ ਸਮੱਸਿਆ ਇੱਕ ਜਗਿਆਸੂ ਨੂੰ, ਇੱਕ ਅਧਿਆਤਮਿਕ ਪਾਂਧੀ ਨੂੰ ਆਉਂਦੀ ਹੈ, ਉਹ ਆਉਂਦੀ ਹੈ ਮਾਇਆ ਦੇ ਛਲਾਵੇ ਦੀ। ਗੁਰਬਾਣੀ 'ਚ ਵਾਕ ਨੇ, ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਭਾਵ ਕਿ ਇਹ ਮਾਇਆ ਦਾ ਪ੍ਰਮੁੱਖ ਲੱਛਣ ਕੀ ਹੈ? ਇੱਕ ਤਾਂ ਇਹ ਭਰਮ ਰੂਪ ਹੁੰਦੀ ਹੈ, ਦੂਜਾ ਇਹ ਛਲ ਰੂਪ ਹੁੰਦੀ ਹੈ। ਭਾਵ ਕਿ ਜਦੋਂ ਇਹਦੇ ਭਰਮ ਵਿੱਚ ਪੈ ਜਾਂਦਾ ਮਨੁੱਖ ਤਾਂ ਉਦੋਂ ਛਲਿਆ ਜਾਂਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਆਈ ਮੁਝੇ ਪਹਿ। ਮੇਰੇ ਕੋਲ ਵੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਬੜੇ ਪ੍ਰਕਾਰ ਕਰਕੇ ਮਾਇਆ ਆਈ। ਕਦੇ ਮਾਣ ਪ੍ਰਤਿਸ਼ਠਾ ਬਣ ਕੇ, ਭਾਵ ਕਿ ਜਦੋਂ ਥੋੜ੍ਹਾ ਜਿਹਾ ਪਰਮੇਸ਼ਰ ਦੀ ਬੰਦਗੀ ਦੇ ਮਾਰਗ 'ਤੇ ਚੱਲਿਆ ਤਾਂ ਬੜੀ ਸਿਫਤ ਜੀ ਹੋਣ ਲੱਗੀ, ਪ੍ਰਸਿੱਧੀ ਹੋਣ ਲੱਗ ਪਈ, ਲੋਕ ਬੜੀ ਚਰਚਾ ਕਰਨ ਲੱਗ ਪਏ। ਕਹਿੰਦੇ ਉਦੋਂ ਵੀ ਮੈਨੂੰ ਛਲਣ ਆਈ, ਪਰ ਮੈਂ ਉਸ ਗੱਲ ਵੱਲ ਧਿਆਨ ਨਹੀਂ ਕੀਤਾ। ਫਿਰ ਨਿੰਦਿਆ ਬਣ ਕੇ ਆਈ, ਨਿੰਦਿਆ ਬਣ ਕੇ ਕਿ ਸਾਰੀ ਕਾਂਛੀ ਨਿੰਦਿਆ ਕਰਨ ਲੱਗ ਪਈ ਕਿ ਨਿਮਨ ਕੁਲ ਦਾ ਬੰਦਾ ਭਗਤੀ ਕਰਕੇ ਉੱਚੇ ਮੁਕਾਮ ਤੱਕ ਨਹੀਂ ਪਹੁੰਚ ਸਕਦਾ। ਕਹਿੰਦੇ ਇਹ ਜਿਹੜਾ ਨਿੰਦਿਆ ਰੂਪ ਦੇ ਵਿੱਚ ਮਾਇਆ ਦਾ ਇਹ ਰੂਪ ਸੀ, ਇਹਨੂੰ ਵੀ ਮੈਂ ਛੱਡ ਦਿੱਤਾ। ਫਿਰ ਕਹਿੰਦੇ ਬੜੇ ਪ੍ਰਕਾਰਾਂ ਕਰਕੇ ਫਿਰ ਮਾਣ ਦੇ ਰੂਪ ਵਿੱਚ ਆਈ ਆਪਣੇ ਆਪ ਦੇ ਅੰਦਰ ਕਿ ਮੈਂ ਬੜਾ ਉੱਤਮ ਭਗਤ ਹਾਂ, ਆਪਣੀ ਨਿਮਨ ਕੁਲ ਦੇ ਵਿੱਚ ਪੈਦਾ ਹੋ ਕੇ ਬੜਾ ਕੁਝ ਕਰ ਲਿਆ, ਜਾਂ ਬੜਾ ਵੱਡਾ ਪਰਮੇਸ਼ਰ ਦਾ ਭਗਤ ਹਾਂ। ਕਹਿੰਦੇ ਇਸ ਰੂਪ ਦੇ ਵਿੱਚ ਵੀ ਮੇਰੇ ਕੋਲ ਆਈ, ਪਰ ਫਿਰ ਵੀ ਛੱਡ ਦਿੱਤੀ। ਫਿਰ ਕਹਿੰਦੇ ਧਨ ਸੰਪਦਾ ਦੇ ਰੂਪ ਵਿੱਚ ਆਈ, ਭਾਵ ਕਿ ਜੁਲਾਹੇ ਦੀ ਕਿਰਤ ਕਰਦੇ ਸਨ ਤਾਂ ਜੀਵਨ ਦਾ ਗੁਜ਼ਰ ਬਸਰ ਆਰਾਮ ਨਾਲ ਥੋੜ੍ਹਾ ਬਹੁਤਾ ਚੱਲੀ ਜਾਂਦਾ ਸੀ। ਪਰ ਕਹਿੰਦੇ ਕਈ ਵਾਰੀ ਠੱਗਣ ਭਾਵ ਦੇ ਵਿੱਚ ਆਈ, ਸੇਠਾਂ ਧਨਾਡਾਂ ਦਾ ਰੂਪ ਧਾਰਨ ਕਰਕੇ ਆਈ ਕਿ ਸਾਡੇ ਕੋਲੋਂ ਇੰਨੀ ਮਾਇਆ ਲੈ ਲਓ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਬੜੇ ਰੂਪ ਧਾਰਨ ਕਰਕੇ ਆਈ, ਆ ਕਬੀਰ ਆਈ ਮੁਝੇ ਪਹਿ। ਫਿਰ ਇੱਕ ਟਾਈਮ 'ਤੇ ਉਹ ਉਦੋਂ ਵੀ ਆਈ ਜਦੋਂ ਪਰਿਵਾਰ ਨੇ ਮੈਨੂੰ ਆਪਣੇ ਕਾਰਜਾਂ ਤੱਕ ਸੀਮਿਤ ਕਰਨਾ ਚਾਹਿਆ, ਪਰ ਮੈਂ ਉਹਨਾਂ ਦੇ ਕਾਰਜਾਂ ਦੀ ਸੀਮਤਾ ਨੂੰ ਛੱਡ ਕੇ ਪਰਮੇਸ਼ਰ ਦੀ ਬੰਦਗੀ ਦੀ ਅਸੀਮਤਾ ਨੂੰ ਚੁਣਿਆ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਆਈ ਮੁਝੇ ਪਹਿ ਅਨਕ ਕਰੇ ਕਰ ਭੇਸ। ਬੜੇ ਭੇਖ ਬਣਾਏ ਨੇ, ਬੜੇ ਰੂਪ ਬਣਾਈ ਕਿ ਕਿਸੇ ਢੰਗ ਨਾਲ ਛਲਿਆ ਜਾਵੇ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਮ ਰਾਖੇ ਗੁਰ ਆਪਨੇ ਉਨ ਕੀਨੋ ਆਦੇਸ਼। ਪਰ ਸਾਡੇ ਗੁਰੂ ਦਾ ਸਾਡੇ ਸਿਰ ਉੱਪਰ ਹੱਥ ਸੀ, ਉਹਦੇ ਗਿਆਨ ਸਰੂਪ ਦਾ ਸਾਡੇ ਆਤਮ ਵਿੱਚ ਪ੍ਰਕਾਸ਼ ਸੀ ਅਤੇ ਸਾਡਾ ਮਨ ਉਹਦੇ ਸ਼ਬਦ ਨਾਲ ਵਿਦਿਆ ਹੋਇਆ ਸੀ। ਇਸ ਕਰਕੇ ਉਹਦਾ ਆਦੇਸ਼ ਹੋਇਆ ਤਾਂ ਮਾਇਆ ਦੇ ਕੁੱਲ ਪ੍ਰਭਾਵ ਤੋਂ ਰੱਖਿਆ ਹੋ ਗਈ। ਇਸ ਪ੍ਰਕਾਰ ਨਾਲ ਬਾਣੀ 'ਚ ਵਾਕ ਆਉਂਦੇ ਨੇ, ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ। ਜਾਂ ਅਸੀਂ ਵਾਕ ਪੜ੍ਹਦੇ ਹਾਂ, ਤ੍ਰਿਸ਼ਨਾ ਮਾਇਆ ਮੋਹਣੀ ਸੁੱਤ ਬੰਦਪ ਕਰਨਾਰ, ਤਨ ਜੋਬਨ ਜਗ ਠੱਗਿਆ ਲੱਭ ਲੋਭ ਅਹੰਕਾਰ। ਬੜੇ ਪ੍ਰਕਾਰ ਕਰਕੇ ਠੱਗਦੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੀ ਕਬੀਰ ਆਈ ਮੁਝੇ ਪਹਿ। ਹੁਣ ਭਗਤ ਕਬੀਰ ਸਾਹਿਬ ਜੀ ਨੇ ਇੱਕ ਪ੍ਰਮਾਣ ਭਗਤ ਸਾਹਿਬਾਂ ਜੀ ਸ਼ਲੋਕਾਂ ਵਿੱਚ ਹੀ ਪਿਆ ਹੋਇਆ, ਜਿਵੇਂ ਮਾਇਆ ਦੇ ਪੱਧਰ ਦੀ ਗੱਲ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਮਾਇਆ ਤਜੀ ਤੋ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ। ਤਿਆਗ ਦਾ ਵੀ ਹੰਕਾਰ, ਤਾਂ ਕਹਿੰਦੇ ਇਹ ਵੀ ਛੱਡੀ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਨਕ ਕਰੇ ਕਰ ਭੇਸ। ਕਿਉਂਕਿ ਜਦੋਂ ਮਨੁੱਖ ਕੋਈ, ਹੁਣ ਦੂਜੀ ਗੱਲ ਹੈ, ਇਹ ਸਾਰੇ ਜਿੰਨੇ ਸ਼ਲੋਕ ਨੇ ਸਾਰੇ ਅਨੁਭਵ ਰੂਪ ਨੇ, ਇਹਨਾਂ ਦੀ ਵਿਆਖਿਆ ਵੀ ਸ਼ਰਵਣ ਕਰੋ ਤਾਂ ਪਰ ਆਪਣੇ ਜੀਵਨ 'ਚ ਇਹਦਾ ਉਹ ਜਿਹਨੂੰ ਅਸੀਂ ਅਨੈਲਿਟੀਕਲ ਅਪਰੋਚ ਕਹਿੰਦੇ ਹਾਂ, ਵਿਸ਼ਲੇਸ਼ਣਾਤਮਕ ਪਹੁੰਚ ਕਹਿੰਦੇ ਹਾਂ, ਉਹ ਵੀ ਨਾਲ ਜੋੜ ਕੇ ਦੇਖਣੀ ਚਾਹੀਦੀ ਕਿ ਅਸੀਂ ਇਹਦੇ ਪਰਸਪੈਕਟਿਵ ਵਿੱਚ ਕਿੰਨਾ ਕੁ ਸਾਧਨਾਗਤ ਹਾਂ। ਤਾਂ ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਹਨ ਹਮ ਰਾਖੇ ਗੁਰ ਆਪਣੇ। ਹੁਣ ਗੁਰ ਆਪਣੇ ਰਾਖੇ ਕਿਸ ਪ੍ਰਕਾਰ?
ਹੁਣ ਗੁਰ ਕਿਵੇਂ ਰੱਖਦਾ, ਗੁਰ ਸਰੂਪ ਦਾ ਗਿਆਨ, ਉਹਦੀ ਬਖਸ਼ਿਸ਼ ਮਨੁੱਖ ਨੂੰ ਮਾਇਆ ਦੇ ਪ੍ਰਭਾਵ ਤੋਂ ਕਿਵੇਂ ਅਲਿਪਤ ਕਰਦੀ ਹੈ। ਪਰਿਵਾਰ ਦੇ ਵਿੱਚ ਰਹਿ ਰਹੇ ਹਾਂ, ਜਦੋਂ ਬੰਦਗੀ ਦਾ ਕਰਮ ਆਰੰਭ ਕਰਨ ਲੱਗੇ ਹਾਂ ਤਾਂ ਹੋ ਸਕਦਾ ਪਰਿਵਾਰ ਉਜਰ ਇਤਰਾਜ਼ ਕਰੇ, ਔਰ ਕਰਦਾ ਹੈ। ਤਾਂ ਪਰ ਉੱਥੇ ਗੁਰ ਆਪਣੇ ਤਾਂ ਉੱਥੇ ਸਭ ਤੋਂ ਪਹਿਲਾਂ ਦੇਖੇ ਕਿ ਪਰਿਵਾਰ ਬਾਅਦ ਦੇ ਵਿੱਚ ਬਣਿਆ, ਮਾਤਾ ਪਿਤਾ ਬਾਅਦ ਦੇ ਵਿੱਚ ਬਣੇ। ਪਹਿਲਾ ਸਿਰਜਕ ਤਾਂ ਉਹ ਹੈ, ਜੇ ਉਹਦੇ ਨਾਲ ਵਫਾਦਾਰੀ ਨਹੀਂ ਪਾਲੀ, ਜੇ ਉਹਦੇ ਨਾਲ ਮੋਹ ਪ੍ਰੀਤ ਨਹੀਂ ਪਾਲੀ, ਤਾਂ ਜਿਹੜਾ ਬਾਅਦ ਦੇ ਵਿੱਚ ਬਣੇ ਹੋਏ ਉਹਨਾਂ ਨਾਲ ਪਾਲੀ ਹੋਈ ਕੀ ਅਰਥ ਰੱਖੇਗੀ। ਇਸ ਕਰਕੇ ਹਮ ਰਾਖੇ ਗੁਰ ਆਪਣੇ। ਇਸੇ ਪ੍ਰਕਾਰ ਅੰਮ੍ਰਿਤ ਵੇਲੇ ਦੀ ਸਾਧਨਾ ਹੈ, ਅਤੇ ਜੇ ਖਿਆਲ ਬਣਿਆ ਹੈ ਬੰਦਗੀ ਦਾ, ਅਤੇ ਤੁਰੰਤ ਆਲਸ ਦਾ, ਨੀਂਦ ਦਾ ਜਾਂ ਅੰਮ੍ਰਿਤ ਵੇਲੇ ਦੀ ਸਾਧਨਾ ਛੱਡਣ ਦਾ ਬਣਿਆ ਹੈ, ਅਤੇ ਮਨੁੱਖ ਵਾਚੇ ਕਿ ਇਹੀ ਅਵਸਰ ਹੈ। ਜੇ ਇਹ ਖੁੰਝ ਗਿਆ ਤਾਂ ਘੱਟੋ ਘੱਟ 24 ਘੰਟੇ ਬਾਅਦ ਮਿਲੇਗਾ, ਹੋ ਸਕਦਾ 24 ਘੰਟੇ ਬਾਅਦ ਵੀ ਨਾ ਮਿਲੇ। ਇਸ ਕਰਕੇ ਇਹਨੂੰ ਉਸ ਵਕਤ ਦੇ ਵਿੱਚ ਹੀ ਸੰਭਾਲਣਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਮ ਰਾਖੇ ਗੁਰ ਆਪਣੇ। ਅਸੀਂ ਹਰੇਕ ਰੂਪ ਦੇ ਵਿੱਚ ਇਹਨੂੰ ਜਾਣਿਆ, ਇਹਦਾ ਮਤਲਬ ਹੈ ਮਾਇਆ ਬੜੇ ਪ੍ਰਕਾਰ ਕਰਕੇ ਆਉਂਦੀ ਹੋਏਗੀ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਮ ਰਾਖੇ ਗੁਰ ਆਪਣੇ, ਉਨ ਕੀਨੋ ਆਦੇਸ਼। ਸਾਨੂੰ ਸਤਿਗੁਰੂ ਰੂਪ ਨੇ ਆਦੇਸ਼ ਬਖਸ਼ਿਸ਼ ਕਰ ਦਿੱਤਾ ਕਿ ਮਾਇਆ ਭਰਮ ਰੂਪ ਹੈ, ਗਿਆਨ ਦਾ ਦੀਪਕ ਜਲਾ ਲਓ। ਮਾਇਆ ਰਸ ਰੂਪ ਹੈ, ਪਰਮ ਰਸ ਤੱਕ ਪਹੁੰਚ ਜਾਓ। ਮਾਇਆ ਕੂੜ ਰੂਪ ਹੈ, ਮਾਇਆ ਸੱਚ ਰੂਪ ਦੇ ਨਾਲ ਆਪਣੀ ਸਾਂਝ ਪਾ ਲਓ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਉਨ ਕੀਨੋ ਆਦੇਸ਼। ਜਦ ਗੁਰ ਕੀ ਮਿਹਰਾਮਤ ਸਿਰ ਦੇ ਉੱਪਰ, ਹਿਰਦੇ ਉੱਪਰ, ਜੀਵ ਦੇ ਜੀਵਨ ਉੱਪਰ ਵਰਸਦੀ ਹੈ, ਤਾਂ ਮਾਇਆ ਦੇ ਸਗਲ ਪ੍ਰਭਾਵਾਂ ਤੋਂ ਉਹਦੀ ਰੱਖਿਆ ਹੋ ਜਾਂਦੀ। ਅਸੀਂ ਆਨੰਦ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਹਾਂ ਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅੰਮ੍ਰ ਵਰਤਾਇਆ। ਤਾਂ ਇਸੇ ਪ੍ਰਕਾਰ ਜਾਂ ਅਸੀਂ ਪੜ੍ਹਦੇ ਹਾਂ ਕਿ ਗੁਰੂ ਸਾਹਿਬ ਜੀ ਫਰਮਾਉਂਦੇ, ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਉਨ ਕੀਨੋ ਆਦੇਸ਼। ਆਦੇਸ਼ ਦਾ ਭਾਵ ਕਿ ਮਾਇਆ ਦੇ ਛਲਾਵੇ ਦੇ ਸਾਹਮਣੇ ਗਿਆਨ ਦੀ ਜਿਹੜੀ ਬਿਰਤੀ ਹੈ ਉਹਨੂੰ ਰੱਖ ਦਿੱਤਾ। ਕਿ ਜਦੋਂ ਹੁਣ ਉਦਾਹਰਨ ਦੇ ਤੌਰ 'ਤੇ ਇਹਨੂੰ ਸਰਲ ਜਿਹਾ ਹੀ ਕਹਿਣਾ ਹੋਵੇ ਤਾਂ ਸਾਨੂੰ ਪਤਾ ਹੋਵੇ ਨਾ ਕੋਈ ਬੰਦਾ ਇਸ ਤਰ੍ਹਾਂ ਦੀ ਪ੍ਰਵਿਰਤੀ ਵਾਲਾ ਹੈ ਕਿ ਉਹ ਜ਼ੁਬਾਨੋਂ ਮਿੱਠੇ ਬੋਲ ਕਹਿ ਕੇ ਪਹਿਲਾਂ ਆਪਣਾ ਕੰਮ ਕਢਵਾ ਲੈਂਦਾ ਹੈ, ਤਾਂ ਕੰਮ ਨਿਕਲਦੇ ਸਾਰ ਹੀ ਉਹ ਆਪਣਾ ਭੂਮਿਕਾ ਨੂੰ ਬਦਲ ਲੈਂਦਾ ਹੈ। ਸਾਨੂੰ ਕਿਸੇ ਤਰੀਕੇ ਨਾਲ ਪਤਾ ਲੱਗ ਜਾਏ ਤਾਂ ਜਦੋਂ ਕਿਤੇ ਉਹ ਥੋੜ੍ਹੀ ਜਿਹੀ ਮਿਠਾਸ ਖੁਸ਼ਾਮਦੀ ਭਰੀ ਬੋਲੀ ਦਾ ਸਾਡੇ ਖੁਦ ਨਾਲ ਵਿਵਹਾਰ ਕਰੇ ਤਾਂ ਅਸੀਂ ਸੁਚੇਤ ਰਹਿੰਦੇ ਹਾਂ। ਕਿਉਂਕਿ ਉਹਦਾ ਪੂਰਬਲਾ ਗਿਆਨ ਸਾਡੀ ਬੁੱਧ ਵਿੱਚ ਪਿਆ ਹੋਇਆ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਾਇਆ ਦੇ ਕੁੱਲ ਰੂਪਾਂ ਦਾ ਗਿਆਨ ਗੁਰੂ ਦੇ ਆਦੇਸ਼ ਨਾਲ ਸਾਡੀ ਬੁੱਧ ਵਿੱਚ ਟਿਕਿਆ ਹੋਇਆ ਹੈ। ਉਹ ਜਿਸ ਜਿਸ ਰੂਪ ਦੇ ਵਿੱਚ ਆਈ ਉਹਨੂੰ ਨਿਵਰਤ ਕਰਦੇ ਗਏ, ਉਹਨੂੰ ਹਟਾਉਂਦੇ ਗਏ, ਅਤੇ ਆਖਰ ਜਦੋਂ ਉਹਦੇ ਕੁੱਲ ਪ੍ਰਭਾਵ ਤੋਂ ਰਹਿਤ ਹੋ ਗਏ ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਬਖਸ਼ਿਸ਼ ਦਾ ਫਿਰ ਮੁਕਾਮ ਮਿਲਿਆ। ਕਬੀਰ ਸੋਈ ਮਾਰੀਐ ਜਿਹ ਮੂਹੈ ਸੁਖ ਹੋਏ, ਭਲੋ ਭਲੋ ਸਭ ਕੋ ਕਹੈ ਬੁਰੋ ਨਾ ਮਾਨੈ ਕੋਈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਾਇਆ ਦਾ ਉਹ ਕਿਹੜਾ ਪ੍ਰਭਾਵ ਪੱਕੇ ਤੌਰ 'ਤੇ ਮਾਰ ਦੇਣਾ ਚਾਹੀਦਾ, ਜਿਹਦੇ ਨਾਲ ਜਾਂ ਉਹ ਕਿਹੜੀ ਐਸੀ ਗੱਲ ਨੂੰ ਖ਼ਤਮ ਕਰਨਾ ਚਾਹੀਦਾ ਜਿਹਦੇ ਨਾਲ ਸਾਰਾ ਜੀਵਨ ਆਨੰਦਿਤ ਹੋ ਜਾਵੇ, ਸ਼ਾਂਤੀ ਟਿਕਾ ਭਰਿਆ, ਧੀਰਜ ਭਰਿਆ ਹੋ ਜਾਏ। ਤਾਂ ਜਿਵੇਂ ਉਦਾਹਰਨ ਦੇ ਤੌਰ 'ਤੇ ਕਿਸੇ ਪ੍ਰਕਾਰ ਕਰਕੇ ਤਾਂ ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਕਬੀਰ ਸੋਈ ਮਾਰੀ ਹੈ। ਉਸ ਗੱਲ ਨੂੰ ਖ਼ਤਮ ਕਰਨਾ ਠੀਕ ਹੈ ਜਿਹਦੇ ਨਾਲ ਬਾਕੀ ਸਾਰਾ ਕਾਰਜ ਸਵਰ ਜਾਣਾ ਹੈ। ਜਿਵੇਂ ਜਿਹਦੇ ਨਾਲ ਬਾਕੀ ਸਾਰਾ ਕਾਰਜ ਸਵਰ ਜਾਣਾ, ਜਿਵੇਂ ਰੁੱਖ ਨੂੰ ਸਾਰੇ ਨੂੰ ਡੇਗਣਾ ਹੋਵੇ ਤਾਂ ਜ਼ਰੂਰੀ ਨਹੀਂ ਕਿ ਉਹਦਾ ਉੱਪਰੋਂ ਕੱਟਣਾ ਸ਼ੁਰੂ ਕਰੇਗਾ। ਤਣੇ ਦੇ ਬਿਲਕੁਲ ਜੜ੍ਹਾਂ ਦੇ ਹੇਠੋਂ ਕੱਟ ਦਿਓ, ਸਾਰਾ ਰੁੱਖ ਜ਼ਮੀਨ 'ਤੇ ਕੱਟ ਕੇ ਡਿੱਗ ਜਾਏਗਾ। ਇਸੇ ਪ੍ਰਕਾਰ ਜੀਵਨ ਦੇ ਵਿੱਚ ਉਹ ਜੜ੍ਹ ਕੱਟਣੀ ਜ਼ਰੂਰੀ ਹੈ ਜਿਹੜੀ ਸਾਰੀਆਂ ਸਮੱਸਿਆਵਾਂ ਨੂੰ ਪੈਦਾ ਕਰਦੀ ਹੈ, ਹਉਂ ਦੀ ਨੂੰ, ਮਾਇਆ ਦੇ ਭਰਮ ਦੀ ਨੂੰ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਾਇਆ ਦੇ ਭਰਮ ਦੇ ਸਹਿਤ ਕਬੀਰ ਸੋਈ ਮਾਰੀ। ਉਸ ਗੱਲ ਨੂੰ ਮਾਰਨਾ ਚਾਹੀਦਾ ਜਿਹ ਮੂਹੈ ਸੁਖ ਹੋਏ। ਸਭ ਤੋਂ ਪਹਿਲਾਂ ਹਉਂ ਦੀ ਹੋਂਦ ਮਿਟਣੀ। ਔਰ ਅੱਗੇ ਗੱਲ ਹੈ ਜਿਹੜੀ ਹਉਂ ਹੈ ਇਹ ਆਪਣੇ ਆਪ ਦੇ ਵਿੱਚ ਇਕੱਲੀ ਨਹੀਂ ਹੈ, ਵੀ ਇੱਕ ਗਿਆ ਵਿਚਾਰ ਹੈ ਕਿ ਇਹ ਪੰਜਾਂ ਵਿਕਾਰਾਂ ਦੀ ਜਨਨੀ ਹੈ। ਤਾਂ ਇਸੇ ਪ੍ਰਕਾਰ ਜਦੋਂ ਹਉਂ ਦਵੈਤ ਵਿੱਚ ਪ੍ਰਵਿਰਤ ਹੋ ਜਾਂਦੀ ਹੈ, ਦਵੈਤ ਦਾ ਮਤਲਬ ਦੂਜੇ ਨੂੰ ਸਾਜਣ ਲੱਗ ਪੈਂਦੀ, ਦੂਜੇ ਦੇ ਅੱਧਰ ਵਿੱਚ ਰਹਿੰਦੀ ਹੈ, ਤਾਂ ਉਹ ਦੂਜੇ ਦੇ ਨਾਲ ਆਪਣਾ ਦਵੰਦ ਪੈਦਾ ਕਰਦੀ ਹੈ। ਦਵੰਦ ਦਾ ਮਤਲਬ ਝਗੜਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਸੋਈ ਮਾਰੀ ਹੈ। ਉਸ ਗੱਲ ਨੂੰ ਮਾਰਨਾ ਚਾਹੀਦਾ ਹੈ। ਤਾਂ ਜਿਵੇਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਸੋਈ ਮਾਰੀ ਹੈ ਜਿਹ ਮੂਹੈ ਸੁਖ ਹੋਏ। ਜਿਹਦੇ ਮਰਨ ਦੇ ਨਾਲ ਆਨੰਦ ਬਣ ਸਕਦਾ ਹੈ, ਕਹਿੰਦੇ ਉਹ ਕੀ ਹੈ? ਉਹ ਹੈ ਦਵੈਤ। ਜਦੋਂ ਮਨੁੱਖ ਆਪਣੀ ਹਉਂ ਅਤੇ ਆਪਣੇ ਦਵੈਤ ਨੂੰ ਮੇਟਦਾ ਹੈ ਫਿਰ ਉਹਦੀ ਕਾਣ ਮਿਟ ਜਾਂਦੀ ਹੈ। ਕਾਣ ਦਾ ਮਤਲਬ ਉਹ ਦੂਜੇ ਨੂੰ ਜਾਣੇਗਾ ਨਹੀਂ, ਉਹਦੇ ਅੰਦਰ ਸਾਰੇ ਇੱਕੋ ਹਨ। ਇਸ ਕਰਕੇ ਜਿਹੜਾ ਅਸੀਂ
ਅਕਾਲ ਪੁਰਖ ਦਾ ਇੱਕ ਗੁਣ ਪੜ੍ਹਦੇ ਹਾਂ ਮੂਲ ਮੰਤਰ ਵਿੱਚ, ਉਹਦਾ ਜ਼ਿਕਰ ਹੈ ਨਿਰਵੈਰ। ਨਿਰਵੈਰ ਦਾ ਮਤਲਬ ਹੈ ਕਿ ਉਹ ਮਾਇਆ ਦੇ ਅਲੇਪ ਨਿਰੰਜਨ ਸਰੂਪ ਹੈ, ਉਹਦੇ ਤੋਂ ਰਹਿਤ ਹੈ, ਇਸ ਕਰਕੇ ਉਹਦੇ ਅੰਦਰ ਨਿਰਵੈਰਤਾ ਹੈ। ਅਤੇ ਨਿਰਵੈਰਤਾ ਗੁਰੂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਦੋਂ ਦਵੈਤ ਮਿਟ ਜਾਏ ਉਦੋਂ ਮਨੁੱਖ ਨਿਰਵੈਰ ਸਰੂਪ ਹੁੰਦਾ। ਜਿਹ ਮੂਹੈ ਸੁਖ ਹੋਏ। ਅਤੇ ਦਵੈਤ ਦੇ ਮਿਟਣ ਨਾਲ ਹੁਣ ਅਸੀਂ ਦਵੈਤ ਕਿੰਨਿਆਂ ਪੱਧਰਾਂ 'ਤੇ ਸਾਜਦੇ ਹਾਂ। ਸਭ ਤੋਂ ਪਹਿਲਾਂ ਦਵੈਤ ਅਸੀਂ ਸਾਜਦੇ ਹਾਂ ਆਪਣੇ ਧਾਰਮਿਕ ਤੌਰ 'ਤੇ ਮੰਨ ਲਈਏ। ਬੜਾ ਹੈਰਾਨਗੀ ਆਉਂਦੀ ਹੈ ਕਿੰਨੇ ਅਸੀਂ ਥੋੜ੍ਹੇ ਜਿਹੜੇ ਸਾਡੇ, ਮੈਂ ਇੱਕ ਦਿਨ ਸੁਭਾਵਿਕ ਇੱਕ ਸਰਲ ਜਿਹਾ ਖਿਆਲ ਬਣਾ ਰਿਹਾ ਸੀ ਕਿ ਜਿੰਨੇ ਵੀ ਦੁਨੀਆ ਦੇ ਧਰਮ ਗ੍ਰੰਥ ਨੇ, ਜਿੰਨੇ ਵੀ ਧਰਮਾਂ ਦੇ ਗ੍ਰੰਥ ਨੇ, ਉਹਨਾਂ ਨੂੰ ਪੜ੍ਹਨ ਲਈ ਬੰਦੇ ਦਾ ਦਿਮਾਗ ਬਹੁਤ ਵਿਸ਼ਾਲ ਚਾਹੀਦਾ। ਪਹਿਲਾਂ ਦਿਮਾਗ, ਫਿਰ ਉਹਦੀ ਸਮਝ, ਫਿਰ ਉਹਦੀ ਭਾਵਨਾ। ਜੇ ਨਹੀਂ ਸਮਝੇਗਾ ਤਾਂ ਗ੍ਰੰਥਾਂ ਵਿੱਚ ਨੁਕਸ ਕੱਢਣੇ ਸ਼ੁਰੂ ਕਰ ਦੇਗਾ, ਉਹਨਾਂ ਨੂੰ ਉੱਚਾ ਨੀਵਾਂ ਸਾਬਿਤ ਕਰਨਾ ਸ਼ੁਰੂ ਕਰ ਦੇਗਾ ਤੁਲਨਾ ਕਰਕੇ, ਫਿਰ ਤਿਰਸਕਾਰ ਕਰਨਾ ਵੀ ਸ਼ੁਰੂ ਕਰ ਦੇਗਾ ਅਤੇ ਸਭ ਤੋਂ ਨਿਕੰਮੀ ਹਾਲਤ ਉਹਨੂੰ ਰੱਦ ਕਰਨ ਵੀ ਤੁਰ ਪਏਗਾ। ਤਾਂ ਇਸੇ ਪ੍ਰਕਾਰ ਭਗਤ ਪਹਿਲੇ ਪੱਧਰ 'ਤੇ ਮਨੁੱਖ ਦਵੈਤ ਸਾਜਦਾ ਹੈ, ਮੈਂ ਚੰਗਾ ਹਾਂ, ਮੇਰਾ ਧਰਮ ਚੰਗਾ ਹੈ। ਜਿਵੇਂ ਅੱਜ ਸਾਡੇ ਸਿੱਖਾਂ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਭਾਵਨਾ ਚੱਲ ਰਹੀ ਹੈ, ਉਹ ਦੂਜੇ ਧਰਮ ਦੀ ਨਿੰਦਿਤ ਭਾਵ ਦੇ ਵਿੱਚ ਰਹਿੰਦੇ ਨੇ। ਅਤੇ ਸਭ ਤੋਂ ਵੱਡੀ ਸਮੱਸਿਆ ਉਹ ਕਥਾ ਵਿੱਚ ਵੀ ਇਹ ਗੱਲ ਆ ਗਈ ਹੈ। ਠੀਕ ਹੈ ਕਿ ਬਾਹਰੀ ਸਮਾਜਿਕ ਤੌਰ 'ਤੇ ਜਦੋਂ ਕਈ ਅਭਿਆਸ ਚੱਲਦੇ ਨੇ ਉਦੋਂ ਧਰਮਾਂ ਦੇ ਟਕਰਾਅ ਵੀ ਬਣਦੇ ਨੇ, ਪਰ ਧਰਮ ਦੀ ਸ਼ੁੱਧਤਾ ਦੇ ਵਿੱਚ ਥੋੜ੍ਹਾ ਟਕਰਾਅ ਹੁੰਦਾ ਹੈ। ਉਹਦੇ ਵਿੱਚ ਤਾਂ ਇੱਕ ਸੁਰਤਾ ਹੁੰਦੀ ਹੈ, ਵਿਆਪਕਤਾ ਹੁੰਦੀ ਹੈ, ਇਸੇ ਪ੍ਰਕਾਰ ਇੱਕ ਰੂਪਤਾ ਵੀ ਹੁੰਦੀ ਹੈ। ਤਾਂ ਸਭ ਤੋਂ ਪਹਿਲਾਂ ਮਨੁੱਖ ਆਪਣਾ ਦਵੈਤ ਸਾਜਦਾ ਮੇਰਾ ਧਰਮ ਉੱਤਮ, ਫਿਰ ਉਸ ਤੋਂ ਬਾਅਦ ਦਵੈਤ ਸਾਜਦਾ ਹੈ ਮੇਰੀ ਜਾਤ ਉੱਤਮ, ਫਿਰ ਅੱਗੇ ਜਾ ਕੇ ਸਾਜਦਾ ਹੈ ਮੇਰੀ ਬੋਲੀ ਉੱਤਮ, ਮੇਰਾ ਦੇਸ਼ ਉੱਤਮ, ਮੇਰਾ ਰਹਿਣ ਸਹਿਣ ਉੱਤਮ, ਮੇਰੀ ਅਕਲ ਉੱਤਮ। ਇਸ ਤਰ੍ਹਾਂ ਕਰਕੇ ਮਨੁੱਖ ਬੜੇ ਦਵੈਤ ਸਾਜਦਾ ਜਾਂਦਾ ਹੈ। ਅਤੇ ਆਖਰ ਜਦੋਂ ਇੰਨੇ ਦਵੈਤ ਵੱਧ ਜਾਂਦੇ ਨੇ, ਔਰ ਸਭ ਤੋਂ ਵੱਡੀ ਗੱਲ, ਜਿਹੜਾ ਬੰਦਾ ਜਿੰਨਾ ਦਵੈਤ 'ਚ ਹੋਏਗਾ ਓਨਾ ਜ਼ਿਆਦਾ ਹੀ ਉਹਦੇ ਵਿਰੋਧੀ ਹੋਣਗੇ, ਉਹਨੂੰ ਲੱਗਣਗੇ ਭਾਵੇਂ ਹੋਣ ਨਾ ਹੀ। ਜਦੋਂ ਉਹ ਜਿੰਨਾ ਜ਼ਿਆਦਾ ਦਵੈਤ ਵਿੱਚ ਹੋਏਗਾ ਉਹਨੂੰ ਲੱਗੇਗਾ ਆ ਵੀ ਮੇਰਾ ਦੁਸ਼ਮਣ ਹੈ, ਆ ਵੀ ਮੇਰਾ ਦੁਸ਼ਮਣ ਹੈ। ਪਰ ਜਦੋਂ ਦਵੈਤ ਮਿਟ ਜਾਏਗਾ ਫਿਰ ਉਹਨੂੰ ਗੁਰਬਾਣੀ 'ਚ ਵਾਕ ਹੁੰਦਾ ਨਾ, ਸਗਲ ਸੰਗ ਹਮ ਕਉ ਬਨ ਆਈ। ਉਹ ਕਿਵੇਂ ਆਏਗੀ? ਹੁਣ ਇਹ ਥੋੜ੍ਹਾ ਕਿ ਸਾਰਿਆਂ ਦੇ ਨਾਲ ਮਤਲਬ ਹੱਥ ਮਿਲਾਵਾਂਗੇ ਅਤੇ ਸਾਰੇ ਤਾਂ ਮਿੱਤਰ ਬਣਨਗੇ। ਜਦੋਂ ਆਪਣੇ ਅੰਦਰੋਂ ਦਵੈਤ ਖਤਮ ਕਰਾਂਗੇ ਤਾਂ ਇਸੇ ਪ੍ਰਕਾਰ ਹੈਰਾਨਗੀ ਦਾ ਨੁਕਤਾ ਕੁਝ ਦਿਨ ਪਹਿਲਾਂ ਮੇਰੇ ਨਾਲ ਵਾਪਰਿਆ। ਕਿਸੇ ਭਾਸ਼ਾ ਦੇ ਨੁਕਤੇ ਤੋਂ ਕਿਸੇ ਨਾਲ ਗੱਲ ਹੋ ਰਹੀ ਸੀ ਤਾਂ ਉਹਨੇ ਬੜਾ ਨਿਮਨ ਜਿਹਾ ਖਿਆਲ ਮੇਰੇ ਸਾਹਮਣੇ ਪ੍ਰਗਟ ਕੀਤਾ। ਕਹਿਣ ਲੱਗਾ ਕਿ ਦੂਜੀ ਭਾਸ਼ਾ ਸਿੱਖਾਂ ਨੂੰ ਪੜ੍ਹਨੀ ਨਹੀਂ ਚਾਹੀਦੀ। ਇਹੋ ਜਿਹਾ ਵੀ ਦਵੈਤ ਲੋਕਾਂ ਅੰਦਰ ਚੱਲਦਾ ਹੈ। ਤਾਂ ਇਸ ਕਰਕੇ ਗੁਰੂ ਸਾਹਿਬ ਜੀ ਫਿਰ ਬਖਸ਼ਿਸ਼ ਕਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਸੋਈ ਮਾਰੀ ਹੈ। ਦਵੈਤ ਨੂੰ ਖਤਮ ਕਰਾਂਗੇ ਅਤੇ ਬਾਹਰੀ ਦਵੰਧ ਮਿਟਣਗੇ। ਜਦੋਂ ਦਵੰਧ ਮਿਟਣਗੇ ਤਾਂ ਸਾਨੂੰ ਆਪਣਾ ਜੀਵਨ ਹੌਲਾ ਭਾਰ ਲੱਗੇਗਾ। ਦੇਖੋ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਬਾਰੇ ਕਿਹਾ ਜਾਂਦਾ ਹੈ, ਨਾਨਕ ਸ਼ਾਹ ਫਕੀਰ ਹਿੰਦ ਕਾ ਗੁਰੂ ਮੁਸਲਮਾਨ ਕਾ ਪੀਰ। ਦੇਖੋ ਉਹਨਾਂ ਨੇ ਕਿੰਨੀ ਮੁਹੱਬਤ ਕੀਤੀ ਹੋਏਗੀ ਇਸਲਾਮ ਵਾਲਿਆਂ ਨੂੰ, ਸਨਾਤਨ ਮੱਤ ਵਾਲਿਆਂ ਨੂੰ, ਜਾਂ ਧਰਤੀ ਦੇ ਕੁੱਲ ਪ੍ਰਾਣੀ ਮਾਤਰ ਨੂੰ, ਕਿ ਹਰੇਕ ਬੰਦਾ ਉਹਨਾਂ ਨੂੰ ਆਪਣਾ ਬਣਾਉਣਾ ਚਾਹੁੰਦਾ। ਜਦੋਂ ਅਸੀਂ ਪਿਛਲੇ ਸਾਲ ਗੁਰੂ ਕਾ ਪੁਰਬ ਮਨਾਇਆ ਤਾਂ ਇੱਕ ਲਿਖਤ ਆਈ ਪੜ੍ਹਨ ਦੇ ਵਿੱਚ ਕਿ ਗੁਰੂ ਨਾਨਕ ਸਾਹਿਬ ਜੀ ਏਸ਼ੀਆ ਦੇ ਜਾਂ ਮਤਲਬ ਕੁੱਲ ਸੰਸਾਰ ਦੇ ਐਸੇ ਰੱਬੀ ਪੁਰਖ ਹਨ ਜਿਨ੍ਹਾਂ ਨੂੰ ਦੁਨੀਆ ਦੇ ਵਿੱਚ 40 ਤੋਂ ਵੱਧ ਫਿਰਕਿਆਂ ਦੇ ਲੋਕ ਆਪੋ ਆਪਣੇ ਵਿਸ਼ੇਸ਼ਣਾਂ ਨਾਲ ਯਾਦ ਕਰਦੇ ਹਨ। ਅਸੀਂ ਗੁਰੂ ਨਾਨਕ ਸਾਹਿਬ ਕਹਿੰਦੇ ਹਾਂ, ਕੋਈ ਗੁਰੂ ਨਾਨਕ ਸਾਹਿਬ ਜੀ ਨੂੰ ਗੁਰੂ ਨਾਨਕ ਲਾਮਾ ਕਹਿੰਦਾ, ਕੋਈ ਗੁਰੂ ਨਾਨਕ ਸਾਹਿਬ ਜੀ ਨੂੰ ਗੁਰੂ ਨਾਨਕ ਰਿੰਪੋਚੇ ਕਹਿੰਦਾ, ਕੋਈ ਗੁਰੂ ਨਾਨਕ ਪੀਰ ਕਹਿੰਦਾ, ਕੋਈ ਗੁਰੂ ਨਾਨਕ ਵਲੀ ਕਹਿੰਦਾ। ਮਤਲਬ ਕਿ ਇੰਨੀ ਜ਼ਿਆਦਾ ਮੁਹੱਬਤ ਦਾ ਭਾਵ, ਕਿਉਂਕਿ ਦਵੈਤ ਮਿਟਿਆ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਦਵੈਤ ਮਿਟਣ ਦੇ ਨਾਲ ਭਲੋ ਭਲੋ ਸਭ ਕੋ ਕਹਿ। ਫਿਰ ਭਲਾ ਬੰਦਾ ਉਦੋਂ ਹੀ ਆਖਦਾ ਦਵੈਤ ਮਿਟ ਜਾਏ। ਜਦੋਂ ਦਵੈਤ ਹੋਵੇ ਤਾਂ ਸਰਬੱਤ ਦਾ ਭਲਾ ਵੀ ਉਹਦੇ ਅੰਦਰੋਂ ਦੱਬਵੀਂ ਜੀ ਆਵਾਜ਼ 'ਚ ਹੀ ਨਿਕਲਦਾ ਹੈ, ਪੂਰੇ ਹੁਲਾਸ ਸਹਿਤ ਨਹੀਂ ਨਿਕਲਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਬੁਰੋ ਨਾ ਮਾਨੈ ਕੋਈ ਕਿਸੇ ਪ੍ਰਕਾਰ ਕਰਕੇ ਬੁਰਾ ਨਹੀਂ ਆਖਦਾ, ਕਿਉਂਕਿ ਸਭ ਭਲਾ ਹੈ। ਗੁਰਬਾਣੀ 'ਚ ਵਾਕ ਹੁੰਦਾ ਬੁਰਾ ਨਹੀਂ ਸਭ ਭਲਾ ਰਿਹਾ ਰੇ, ਹਾਰ ਨਹੀਂ ਸਭ ਜਿੱਤ ਹੈ। ਕਿ ਅਸਲ ਭਲਾ ਹੈ, ਬੁਰਾ ਉਦੋਂ ਬਣਦਾ ਹੈ ਜਦੋਂ ਅਸੀਂ ਦਵੈਤ ਦੇ ਵਿੱਚ ਹੁੰਦੇ ਹਾਂ। ਕਬੀਰ ਰਾਤੀ ਹੋਵੇ ਕਾਰੀਆਂ ਕਾਰੇ ਉਬਹਿ ਜੰਤ, ਲੈ ਫਾਹੇ ਉਠ ਤਹਾਵਤੇ ਸੇ ਜਾਨ ਮਾਰੇ ਭਗਵੰਤ। ਤਾਂ ਹੁਣ ਅਗਲੇ ਸ਼ਲੋਕ ਵਿੱਚ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਜਦੋਂ ਮਨੁੱਖ ਸੰਸਾਰਮੁਖੀ ਪ੍ਰਵਿਰਤੀਆਂ ਵਾਲਾ ਹੋ ਜਾਂਦਾ ਹੈ, ਰਾਤੀ ਹੋਵੇ, ਰਾਤ ਹੁੰਦੀ ਹੈ ਕਾਲੀ, ਹਨੇਰਾ ਕਾਲਾ ਹੁੰਦਾ ਹੈ। ਕਾਰੇ ਦਾ ਭਾਵ ਕਿ ਲੁੱਟ ਖੋਰ ਕਰਨ ਵਾਲੇ ਉਭੇ ਜੰਤ ਉੱਠ ਜਾਂਦੇ ਹਨ। ਲੈ ਫਾਹੇ ਲੁੱਟ ਮਾਰਨ ਕਰਨ ਵਾਲੇ ਫਾਹੀਆਂ ਜਾਂ ਹੋਰ ਜਿਹੜੇ ਸਮਾਨ ਜਿਹੜਾ ਲੁੱਟ ਮਾਰ ਕਰਨ ਲਈ ਲੋੜੀਂਦਾ ਉਹਨੂੰ ਲੈ ਕੇ ਤੁਰ ਪੈਂਦੇ ਹਨ। ਸੇ ਜਾਨ ਮਾਰੇ ਭਗਵੰਤ। ਭਗਤ ਕਬੀਰ ਸਾਹਿਬ ਜੀ ਕਹਿੰਦੇ ਅਸੀਂ ਸਮਝਦੇ ਹਾਂ
कि चोर डाकू लोगों नूं लुੱਟਦੇ ने, उन्हां नूं मारਦੇ ने। भगत कबीर साहब जी कहते असल 'च ये गल नहीं, गल ये है असल दे विच से जान मारे भगवंत, असल 'चों परमेश्वर ने आप मार दिते हैं। आप मार देण दा की भाव है कि जदों मनुख बुरे कर्म दे लई अपना पहला कदम पुट्टदा है तां ओह अपने अध्यात्मक जीवन के नुकते तो मरन लगता है। उदाहरण के तौर पर जदों किसी का हिंसा करन दे नुकते तो बुरा चितवदा है तो वह जिहड़ा दया वाला उचेरा जीवन है वो मरना शुरू हो जाता। तो भगत कबीर साहब जी कहते ठीक है कि लुੱਟ आदि करन वाले जीवां नूं जान तो मार दिंदे ने, माल असबाब खोह लैंदे ने, पर वो ये नहीं जानते कि उन्हां दे कोलों जीवन का उचेरा रूप जिहड़ा जिउण वाला हुंदा है वो खोया गया तो मरियां दे तल ते जिउंदे ने। भाव कि उन्हां दे हिरदे विचों दया, धीरज, खिमा, सहनशीलता मर जाती है। तो इस रूप दे विच मरे ही हुंदे ने। असीं भावें उन्हां नूं जाणदे रहीए। इस वाक नूं होर जे गहरा समझीए तां कबीर राती होवे कारियां, जदों मनुख की बुद्धि विच अगियान का अहंकार वापर जाता है जां अगियान का भरम बन जाता है, फिर वो दूजे की होंद नूं उवें नहीं जानता, फिर उन्होंने चोट पहुँचाने के नुकते तो जानता। गुरबाणी च एक वाक आउंदा, पर का बुरा ना राखो चीत, तुमको दुख नहीं पाई मीत। इस प्रकार भगत कबीर साहब जी कहते राती होवे कारियां, मनुख पहला पड़दा साज लैंदा काला कि मैनू कोई नहीं देख रहा, मैं जिहड़ा मर्जी पाप कर्म करां, ਉਹਦੇ ਵਿੱਚ ਫਾਹੇ ਬਣਾਉਂਦਾ, बड़े प्रकार के ख्याल बना के दुष्कर्म करता है। पर भगत कबीर साहब जी कहते से जान मारे भगवंत, दरअसल तू अध्यात्मक अर्थां दे विच मर गया जदों तैनूं ये लग्या कि मैनू कोई नहीं देखदा, मैनू कोई नोट नहीं करता, जां मैं जिहड़ा दुष्कर्म कर रहा इहदा कोई मैनू फल नहीं भुगतना पएगा। तो भगत कबीर साहब जी का श्लोक का भाव यह है कि जिहड़े परमेश्वरी मेहर तो परा हो के अपने कर्मां की मलीनता नूं ग्रहण करते हैं तो मता समझ लेना कि वो जिउंदे हन। भगत इस करके जिहड़े राजनीति के पद्धर ते भी लोग ने ये भी एक पद्धर ते परमेश्वर के मारे ही हुंदे ने। मारे का भाव यह है कि कुल उंज दया का आलम हुंदा है मनुख दे कोल, पर जदों इस निजाम विच पै जांदा तां बंदा उहनूं छड्डना शुरू कर दिंदा। तां भगत कबीर साहब जी कहंदे जिहड़े माया के भरम विच भरम के चोरा वांग जिवें चोर रात नूं हनेरे का लाभ उठाउंदे हन ते असीं समझदे कि हनेरे का लाभ उठा रहे हैं, पर भगत कबीर साहब जी कहंदे असल विच एक घाटे विच जा रहे हैं कि जिहड़ा जीवन का उचेरा रूप है उहदे तो निमन गिरदे जाणगे तो आखिर एक दिन इस सिट्टे ते पहुँच जाणगे जिथे जाके जीवन का जिहड़ा तमाम भाव है वो खत्म हो जाएगा तो अध्यात्मक अर्थां दे विच मारे जाणगे। वक्री गल मुड़ के सरीरक तौर पर भी मारे जाणगे। इस प्रकार भगत कबीर साहब जी सानू 4 श्लोकों द्वारा बख्शिश करते हैं। पहले श्लोक के भाव विच जदों मनुख हौमे की हंगता नूं छड्ड दे उदों मनुख के जीवन में आनंदित बनता है तो इस गल नूं बुझण वाला ही सतगुरु के स्वरूप के निकट हो सकता है। माया अनेका रूपां करके जीवां नूं भरमाउंदी है, जिवें सरल जिहा रूप सानू भरमाया होया अजकल जी ये विषाणु का बड़ा खतरा है। भला बंदा मनुख भी सब तो वड्डा खतरा इहदा की जान ही लै लैंदा, उस तो बाद तां की करदा, कुछ नहीं करदा। तो जे गुरु की बाणी का अभ्यास करदे मनुख के प्राण निकल जाने, उस तो बाद उत्तम गल की होएगी। मतलब कईयां ने टोटका ही बना लिया पक्का, हुण कई मिलते हैं प्रेरणा करी दी है, वो ऐ मन रहे कि जिवें सਦੀवी हुंदा है, तो जद कि इहदी असलीयत हौली हौली 1-2 सालों में समझ आ जाएगी। इस प्रकार माया बड़े रूप करके जीवां नूं भरमाउंदी है, पर इहदी अज्ञानता तो इहदे भरम तो मुक्त पाउणा ही भगतां दे गुरसिखां दे जीवन का कर्म हुंदा है। इस प्रकार अपने द्वैत नूं मिटना चाहिए तां कि जीवन के सारे बाहरी द्वंद मुक जाण। तो इस प्रकार अज्ञानता दे विच कीते हुए कर्म जां छुप के कीते हुए कर्म मनुख नूं अध्यात्मक तबाही वाल लै जांदे हन। इस प्रकार भगत कबीर साहब जी ने सानू 4 नुकतिਆਂ ਦੇ ਉੱਪਰ 4 श्लोकों द्वारा बख्शिश की है। भगत साहिबान की किरपा करन, सतगुरु साहिब मेहरामत करन। श्लोकों का भाव उपदेश साडे सारिਆਂ ਦੇ ਹਿਰਦੇ अंदर वस जाए जी, सारिਆਂ ਦਾ ਇੱਥੇ आया सफला होवे जी। पावन बाणी की लड़ीवार व्याख्या की आप जी दे नाल सांझ पाउंदिਆਂ व्याख्या का यतन आप दे सन्मुख रखदिਆਂ होईਆਂ बेअंत भुल्लां दी खिमा जाचना जी। बड़े अदब सहित जी। वाहिगुरू जी का खालसा, वाहिगुरू जी की